आरएसएस ते भारतीय जनता पार्टी हिंदुआं नूं अपना मुसलमानां नूं ते ईसाइयां नूं क्यों नहीं कहिंदी कि इह हिंदू ने, सानू क्यों कहिंदी आ कि इहदे पिछले बन्ने सरदार प्रकाश सिंह बादल ओहदी टीम है। ਤੁਸੀਂ ਕਹਿ ਰਹੇ ਹੋ ਕਿ ਬਾਦਲ ਜੀ ਜਿਹੜਾ ਹੈਗਾ ਜੋ ਕੁਝ ਹੋ ਰਿਹਾ ਜੇ ਸਿੱਖਾਂ ਨੂੰ ਹਿੰਦੂ ਕਿਹਾ ਜਾ ਰਿਹਾ ਤਾਂ ਉਹਦੇ ਪਿੱਛੇ ਬਾਦਲ ਹੋਣੀ ਬੈਠੇ ਹੈ। ਰਿਆੜ ਸਾਹਿਬ ਤੁਸੀਂ ਵੀ ਤਾਂ ਲੰਬਾ ਸਮਾਂ ਅਕਾਲੀ ਦਲ ਦੇ ਅੰਦਰ ਰਹੇ ਹੋ। मैं तो कह रहा जी, मैं अपना तुहानू सारा कुछ दस दिता जी भी साडे पैसिਆਂ नाल, साडी संगत नाल, साडे सहयोग नाल, साडियां रोटियां दित्तियां नाल, साडे बिस्तरे दित्तियां नाल सानू बेवकूफ ते मूर्ख बना के हुण भी बना रहे ने। लेकिन जो सानू समझ आई कि इन्हां ने बेअदबियां कराइयां ने गुरु ग्रंथ साहिब महाराज दियां, उस वेले इस्तीफा दिता। इन्हां ने मेरा जिहड़ा इस्तीफा सी वो किसी प्रैस विच छपण नहीं दिता। ढंडरियां वाले नूं ते ढंडरियां वाले दा जिहड़ा गल च रस्सा पा दिता है। ते इकबाल सिंह जिन्हें कहा गुरु गोबिंद सिंह जी महाराज ने भी विआह कराए सी, जे मैं कराए ते फेक ही हो गया। जे गरेवाल साहब तुसीं ये साबित कर दिओ कि श्रोमणी कमेटी नूं किसी जगह के उत्ते भी हक है कि वह अकाल तख्त के जहेदार जां होर जहेदारां नूं अपॉइंट कर सकती है, ते मैं तुहाडे कोल नक रगड़ के माफी मंगांगा। ਕੱਟ ਨਿਕਲਿਆ ਉਹਨਾਂ ਬਾਰੇ ਜਿਹੜੀ ਰਿਪੋर्ट आई है ਉਹਦੇ ਬਾਰੇ ਕੌਣ ਹੈ ਜ਼ਿੰਮੇਵਾਰ, ਉਹਨਾਂ ਨੂੰ ਲੈ ਕੇ ਸਿੱਖ ਜਥੇਬੰਦੀਆਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੈ, ਉਸ ਮੌਕੇ ਦੇ ਸਕੱਤਰ ਹੈ, ਹੋਰ ਅਹੁਦੇਦਾਰ ਹੈ, ਉਹਨਾਂ ਨੂੰ ਅਕਾਲ ਤਖ਼ਤ ਸਾਹਿਬ ਦੇ ਪੇਸ਼ ਹੋ ਕੇ ਮਾਫੀ ਮੰਗਣੀ ਚਾਹੀਦੀ ਹੈ। देखो इत्थे गल कही जाती है कि जिहड़ी श्रोमणी गुरुद्वारा प्रबंधक कमेटी है, मैं तो ये कहना भी चुनी हुई संस्था है, पर अक्सर इन्हां बारे कहा जाता है कि एक काबज है, एक धड़े वा सियासी धड़े दी काबज है। 1925 का जिहड़ा श्रोमणी गुरुद्वारा प्रबंधक कमेटी का एक्ट है, ਉਹਨੂੰ गरेवाल साहब ਇਹਨਾਂ ਦੀ पार्टी सरदार प्रकाश सिंह बादल, सरदार सुखबीर सिंह बादल, लौंगोवाल साहब ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਿਹੜੇ ਉਹ ਚੰਗੀ ਤਰ੍ਹਾਂ ਪੜ੍ਹ ਲੈਣ। ਉਹਦੇ ਵਿੱਚ ਕਿਤੇ ਵੀ ਅਕਾਲ ਤਖ਼ਤ ਦੀ ਕੋਈ ਗੱਲ ਨਹੀਂ ਹੈ। ਜੇ ਗੱਲ ਹੈ ਮਾੜੀ ਮੋਟੀ ਤੇ ਹਰਮੰਦਰ ਦੇ ਹਾਜੀ ਸਾਹਿਬ ਦੀ ਹੈ। ਅਕਾਲੀ ਦਲ ਦਾ ਆਗੂ ਹੈ ਸੁੱਚਾ ਸਿੰਘ ਲੰਗਾ, ਜਿਹਦੇ ਬਾਰੇ ਚ ਮੁੜ ਤੋਂ ਦੁਬਾਰਾ ਫੇਰ ਇੱਕ ਠੋਕਵਾਂ ਫੈਸਲਾ ਲਿਆ ਗਿਆ, ਅਕਾਲੀ ਦਲ ਨੂੰ ਵੀ ਨਹੀਂ ਬਖਸ਼ਿਆ ਗਿਆ। ਸਮਝੋ ਟਕਸਾਲ ਦਾ ਬੁਲਾਰਾ ਹੈ ਸਰਚਾਨ ਸਿੰਘ, ਉਹਦੇ ਬਾਰੇ ਵੀ ਕਿਹਾ ਗਿਆ ਕਿ ਉਹ ਕਿਸੇ ਤਰ੍ਹਾਂ ਦੀ ਸ਼ਮੂਲੀਅਤ ਹੈ ਤੇ ਉੱਥੇ ਹਾਜ਼ਰ ਹੁੰਦਾ ਹੈ। ਨਜ਼ਰੀਏ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ। ਗੁਰੂ ਗ੍ਰੰਥ ਸਾਹਿਬ ਦੇ ਸਰੂਪ ਘਟਣ ਦਾ ਮੁੱਦਾ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਵਿਚਕਾਰ ਜਿਹੜਾ ਵਿਵਾਦ ਖੜਾ ਹੋਇਆ, ਇਹਨਾਂ ਦੋਨਾਂ ਮਾਮਲਿਆਂ ਨੂੰ ਲੈ ਕੇ ਪੂਰਾ ਸਿੱਖ ਜਗ ਜਿਹੜਾ ਹੈਗਾ ਚਿੰਤਿਤ ਹੈ। ਇਹਨਾਂ ਮੁੱਦਿਆਂ ਤੇ ਸਿੰਘ ਸਾਹਿਬਾਨ ਨੇ ਜਿਹੜੇ ਫੈਸਲੇ ਲਏ ਹੈ, ਉਹਨਾਂ ਤੇ ਕਈ ਸਿੱਖ ਸੰਸਥਾਵਾਂ ਵੱਲੋਂ ਬਹੁਤ ਵੱਡੇ ਸਵਾਲ ਵੀ ਉੱਠ ਰਹੇ ਹੈ। ਇਹਨਾਂ ਸਾਰੇ ਮੁੱਦਿਆਂ ਤੇ ਮੇਰੇ ਨਾਲ ਪੈਨਲ ਤੇ ਚਰਚਾ 'ਚ ਇਸ ਵੇਲੇ ਜਿਹੜੇ ਖਾਸ ਵਿਦਵਾਨ ਕੱਦਾਵਾਰ ਸਿੱਖ ਹਸਤੀਆਂ ਜੁੜ ਚੁੱਕੀਆਂ, ਉਹਨਾਂ ਨਾਲ ਲਵਾਂਗੇ ਸਵਾਲ। ਇਹਨਾਂ 'ਚ ਪੈਨਲ ਤੇ ਇਸ ਵੇਲੇ ਗੁਰਚਰਨ ਸਿੰਘ ਗਰੇਵਾਲ ਜਿਹੜੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ, ਗੁਰਪ੍ਰਤਾਪ ਸਿੰਘ ਰਿਆੜ ਜਿਹੜੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤਾਂ ਰਹੇ ਹੀ ਹੈ, ਚੰਡੀਗੜ੍ਹ ਦੀਆਂ ਸਿੱਖ ਸੰਸਥਾਵਾਂ ਦੀ ਜਾਣੀ ਪਛਾਣੀ ਹਸਤੀ ਪ੍ਰੋਫੈਸਰ ਮਨਜੀਤ ਸਿੰਘ ਜਿਹੜੇ ਕਿ ਰਾਜਸੀ ਵਿਸ਼ਲੇਸ਼ਕ ਦੇ ਤੌਰ ਤੇ ਆਪਣੀ ਇੱਕ ਵੱਖਰੀ ਪਹਿਚਾਣ ਰੱਖਦੇ ਹੈ। ਤਿੰਨੇ ਮਹਿਮਾਨਾਂ ਨੂੰ ਤੁਹਾਡੇ ਸਾਰਿਆਂ ਵੱਲੋਂ ਮੈਂ ਪੈਨਲ ਤੇ ਆਉਣ ਲਈ ਜੀ ਆਖਦਾ, ਵੈਲਕਮ ਕਰਦਾ। ਗਰੇਵਾਲ ਸਾਹਿਬ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੇ ਸਿੰਘ ਸਾਹਿਬਾਨ ਨੇ ਜਿਹੜੇ ਫੈਸਲੇ ਲਏ ਆ, ਜਿੱਦਾਂ ਆਪਾਂ ਗੱਲ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਆ ਵੱਡੀ ਗਿਣਤੀ ਦੇ ਵਿੱਚ ਕੱਟ ਨਿਕਲਿਆ, ਉਹਨਾਂ ਬਾਰੇ ਜਿਹੜੀ ਰਿਪੋर्ट ਆਈ ਹੈ ਉਹਦੇ ਬਾਰੇ ਕੌਣ ਹੈ ਜ਼ਿੰਮੇਵਾਰ, ਉਹਨਾਂ ਨੂੰ ਲੈ ਕੇ ਸਿੱਖ ਜਥੇਬੰਦੀਆਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੈ, ਉਸ ਮੌਕੇ ਦੇ ਸਕੱਤਰ ਹੈ, ਹੋਰ ਅਹੁਦੇਦਾਰ ਹੈ, ਉਹਨਾਂ ਨੂੰ ਅਕਾਲ ਤਖ਼ਤ ਸਾਹਿਬ ਦੇ ਪੇਸ਼ ਹੋ ਕੇ ਮਾਫੀ ਮੰਗਣੀ ਚਾਹੀਦੀ ਹੈ। ਬਹੁਤ ਵੱਡਾ ਮਾਮਲਾ ਹੈ ਸਿੱਖ ਭਾਈਚਾਰੇ ਦੇ ਲਈ, ਤੇ ਇਹਨਾਂ ਸਰੂਪਾਂ ਦੇ ਮਾਮਲਿਆਂ ਦੇ ਉੱਤੇ ਲੈ ਕੇ FI ਦਰਜ ਕਿਉਂ ਨਾ ਕਰਾਈ ਜਾਵੇ, ਇਸ ਮੁੱਦੇ ਤੇ ਲੈ ਕੇ ਵੀ ਕਿਸੇ ਆਗੂ ਵੱਲੋਂ ਸਵਾਲ ਖੜੇ ਕੀਤੇ ਜਾ ਰਹੇ। ਇਹਨਾਂ ਸਾਰੇ ਮਾਮਲਿਆਂ ਨੂੰ ਗਰੇਵਾਲ ਜੀ ਤੁਸੀਂ ਕਿਵੇਂ ਦੇਖਦੇ ਹੋ? ਸਿੱਧੂ ਸਾਹਿਬ, ਬਹੁਤ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਸਾਨੂੰ ਮਾਣ ਦਿੰਦੇ ਹੋ। ਮੈਂ ਤਾਂ ਭਾਵੇਂ ਕਿਸੇ ਤਰ੍ਹਾਂ ਦਾ ਬਹੁਤ ਵੱਡਾ ਵਿਚਾਰਵਾਨ ਨਹੀਂ, ਪਰ ਮੌਕਾ ਜ਼ਰੂਰ ਮਿਲਦਾ ਕਿ ਪ੍ਰੋਫੈਸਰ ਵਰਗੇ, ਰਿਆੜ ਸਾਹਿਬ ਵਰਗੇ, ਤੁਹਾਡੇ ਵਰਗੇ ਬੜੇ ਗੁਣੀ ਗਿਆਨੀ ਪੁਰਸ਼ਾਂ ਦੇ ਨਾਲ ਬੈਠ ਕੇ ਬਹੁਤ ਕੁਝ ਸੁਣਨ ਦਾ ਮੌਕਾ ਮਿਲਦਾ। ਪਰ ਜਿਹੜਾ ਤੁਸੀਂ ਵਿਚਾਰ ਕੀਤੀ ਹੈ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਵਾਲੀ, ਜਿੱਥੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਹਾਂ, ਉੱਥੇ ਮੈਂ ਇੱਕ ਸਿੱਖ ਹੋਣ ਦੇ ਨਾਤੇ ਮੈਂ ਇਹਨਾਂ ਫੈਸਲਿਆਂ ਦੀ ਮਹਾਨਤਾ ਨੂੰ ਮੈਂ ਇੱਕ ਇਤਿਹਾਸਕ ਕਰ ਦਿੰਦਾ। ਦੇਖੋ, ਪਿਛਲੇ ਸਮੇਂ ਦੇ ਅੰਦਰ ਜਿਹੜੀ ਸਾਡੀ ਅਧੋਗਤੀ ਹੈ, ਭਾਵੇਂ ਕੁਝ ਕਾਰਨ ਵੀ ਬਣਿਆ,
ਕਿ ਸਰਵਉੱਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਦੇ ਬਾਰੇ 'ਚ ਕਿੰਤੂ ਪਰੰਤੂ ਹੋਏ। ਇੱਥੇ ਬੈਠੀਆਂ ਸ਼ਖਸੀਅਤਾਂ ਜੋ ਕਿ ਇੱਕ ਵਿਅਕਤੀ ਨੇ, ਉਹਨਾਂ ਤੋਂ ਗਲਤੀਆਂ ਵੀ ਹੋਈਆਂ ਹੋਣਗੀਆਂ, ਉਹਨਾਂ ਨੇ ਇਸ ਗਲਤੀਆਂ ਨੂੰ ਮੰਨਿਆ ਵੀ, ਉਸ ਗੱਲ ਨਾਲ ਸਾਡੇ ਪੰਥ ਦੇ ਅੰਦਰ ਇਸ ਗੱਲ ਲਈ ਇੱਕ ਚਿੰਤਾ ਦਾ ਵਿਸ਼ਾ ਵੀ ਬਣਿਆ। ਪਰ ਮੈਂ ਸਮਝਦਾ ਕਿ ਅੱਜ ਦੇ ਜੋ ਫੈਸਲੇ ਹੋਏ ਨੇ ਬਹੁਤ ਸਤਿਕਾਰਯੋਗ ਗਿਆਨੀ ਹਰਪ੍ਰੀਤ ਸਿੰਘ ਜੀ ਹੋਰਾਂ ਵੱਲੋਂ, ਇਹ ਫੈਸਲੇ ਜਿਹੜੇ ਆ ਇਹ ਇੰਨੇ ਕੁ ਨਿਰਪੱਖ ਦਿਖਾਈ ਦਿੰਦੇ ਨੇ ਕਿ ਪਿਛਲੇ ਸਮੇਂ ਦੇ ਦੌਰਾਨ, ਭਾਵੇਂ ਮੈਂ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਕਾਫੀ ਲੰਬੇ ਸਮੇਂ ਤੋਂ ਮੈਂ ਜੁੜਿਆ ਹੋਇਆ, ਤੇ ਮਨ ਦੀ ਭਾਵਨਾ ਤੇ ਆਸਥਾ ਦੀ ਆ ਇਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ। ਪਿਛਲੇ ਸਮੇਂ ਲੜਾਈਆਂ ਵੀ ਲੜੀਆਂ, ਇਸ ਅਕਾਲ ਤਖਤ ਦੀ ਸਰਪ੍ਰਸਤੀ ਲੜਾਈਆਂ ਦੇ ਵਿੱਚ ਜਿੰਨਾ ਯੋਗਦਾਨ ਪਾਇਆ ਪਿਆ। ਪਰ ਮੈਂ ਸਮਝਦਾ ਕਿ ਜਿਹੜਾ ਫੈਸਲਾ ਇੰਨਾ ਕੁ ਨਿਰਪੱਖ ਹੈ, ਇਹ ਅੱਜ ਸਾਡਾ ਸਿੱਖ ਜਗਤ ਇਹਨਾਂ ਫੈਸਲਿਆਂ ਤੇ ਕਿੰਤੂ ਕਰੇਗਾ। ਵਿਚਾਰ ਦੇਣਾ ਕੋਈ ਮਾੜੀ ਗੱਲ ਨਹੀਂ, ਪਰ ਕਿਸੇ ਧੜੇਬੰਦੀ ਦੇ ਅਧੀਨ ਹੋ ਕੇ ਇਹਨਾਂ ਤੇ ਕਿੰਤੂ ਕਰਨਾ, ਤੇ ਮੈਂ ਸਮਝਦਾ, ਮਾਫ ਕਰਨਾ ਮੇਰੀ ਇਹ ਗੱਲ ਕਹੀ ਦਾ ਕੋਈ ਵੀ ਗੁੱਸਾ ਨਾ ਕਰੇ ਕਿ ਆਪਦੇ ਪੈਰੀ ਘੋੜਾ ਮਾਰਨ ਦੀ ਗੱਲ ਕਰਾਂਗੇ। ਦੇਖੋ ਇੱਥੇ ਗੱਲ ਕਹੀ ਜਾਂਦੀ ਆ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਮੈਂ ਤਾਂ ਇਹ ਕਹਿੰਦਾ ਵੀ ਛੁੱਟੀ ਹੋਈ ਸੰਸਥਾ, ਪਰ ਅਕਸਰ ਇਹਨਾਂ ਬਾਰੇ ਕਿਹਾ ਜਾਂਦਾ ਕਿ ਇਹ ਕਾਬਜ਼ ਹੈ, ਇੱਕ ਧੜੇਵਾਦ ਸਿਆਸੀ ਧੜੇ ਦੀ ਕਾਬਜ਼ ਹੈ ਜੀ। ਦੂਸਰਾ ਜਿਹੜਾ ਅਕਾਲੀ ਦਲ ਆ, ਜਿਹੜਾ ਬਾਦਲ ਆ, ਉਹ ਤੇ ਚੁਣੌਤੀ ਆਈ ਜਾਂਦੀ ਆ। ਜਦੋਂ ਇਹ ਫੈਸਲੇ ਦੇ ਵਿੱਚ ਥੋੜੀ ਜਿਹੀ ਪਰਚੋਲ ਸਾਨੂੰ ਉਹ ਕਰਨੀ ਚਾਹੀਦੀ ਆ। ਦੇਖੋ ਫੈਸਲਾ ਕਿੰਨਾ ਵਿਸ਼ਾਲ ਹੈ। ਇਹ ਫੈਸਲੇ ਦੇ ਵਿੱਚ ਸਭ ਤੋਂ ਵੱਡੀ ਗੱਲ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਦੇ ਵਿੱਚ ਬਿਲਕੁਲ ਕਿਸੇ ਤਰ੍ਹਾਂ ਦੀ ਕੋਈ ਕੁਤਾਹੀ ਨਹੀਂ ਕੀਤੀ ਗਈ। ਸ਼ਿਕਾਇਤਕਰਤਾਵਾਂ ਨੇ 248 ਸਰੂਪਾਂ ਦੇ ਬਾਰੇ ਜ਼ਿਕਰ ਕੀਤਾ, ਪਰ ਸਿੰਘ ਸਾਹਿਬ ਨੇ ਉਹਨੂੰ ਹੋਰ ਵਾਧਾ ਕਰਕੇ 328 ਦਾ ਜ਼ਿਕਰ ਕਰਤਾ। ਇਹ ਗੱਲ ਦੱਸ ਦਿੱਤੀ ਕਿ 2016 ਤੋਂ ਬਾਅਦ ਆਡਿਟ ਹੀ ਨਹੀਂ ਹੋਈ। ਵੀ ਇੱਕ ਸਿਸਟਮ ਹੈ, ਜਿਹੜਾ ਸਿਸਟਮ ਇਸ ਗੱਲ ਦੇ ਵਾਸਤੇ ਬਹੁਤ ਵੱਡਾ ਜ਼ਿੰਮੇਵਾਰ ਆ, ਜਿਹਦੇ ਲਈ ਉਹਨਾਂ ਨੇ ਇਹ ਗੱਲ ਕਹੀ ਕਿ ਤੁਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਉਹਨਾਂ ਨੇ ਆਦੇਸ਼ ਕੀਤਾ ਵੀ ਗੱਲ ਪੂਰਾ ਹੋਣ ਦਿੱਤਾ ਜਾਵੇ। ਸਾਹਿਬ ਕੀ ਆਦੇਸ਼ ਕੀਤਾ ਕਿ ਇਹਦੇ ਬਾਰੇ ਜਿਹੜੇ ਲੋਕ ਦੋਸ਼ੀ ਨੇ, ਜੋ ਉਹਨਾਂ ਨੇ 1000 ਪੰਨੇ ਦੀ ਰਿਪੋਰਟ ਹੈ ਉਹ ਜਿਹੜੀ ਦੇ ਦਿੱਤੀ ਆ, ਉਹ ਤੇ ਦੋਸ਼ੀਆਂ ਦੇ ਬਾਰੇ ਕੀਤੀ ਜਾਵੇ। ਤੀਸਰੀ ਗੱਲ ਜਿਹੜੀ ਆ, ਅਕਾਲੀ ਦਲ ਦਾ ਆਗੂ ਹੈ ਸੁੱਚਾ ਸਿੰਘ ਲੰਗਾ, ਜਿਹਦੇ ਬਾਰੇ ਚ ਮੁੜ ਤੋਂ ਦੁਬਾਰਾ ਫੇਰ ਇੱਕ ਠੋਕਵਾਂ ਫੈਸਲਾ ਲਿਆ ਗਿਆ, ਅਕਾਲੀ ਦਲ ਨੂੰ ਵੀ ਨਹੀਂ ਬਖਸ਼ਿਆ ਗਿਆ। ਉਸ ਤੋਂ ਬਾਅਦ ਆ ਜਾਂਦੀ ਹੈ ਇੱਥੇ ਦਮਦਮੀ ਟਕਸਾਲ ਦਾ ਬੁਲਾਰਾ ਹੈ ਸਰਚਾਨ ਸਿੰਘ, ਉਹਦੇ ਬਾਰੇ ਵੀ ਕਿਹਾ ਗਿਆ ਕਿ ਉਹ ਕਿਸੇ ਤਰ੍ਹਾਂ ਦੀ ਸ਼ਮੂਲੀਅਤ ਹੈ ਤੇ ਉੱਥੇ ਹਾਜ਼ਰ ਹੁੰਦਾ ਹੈ। ਤੀਸਰੀ ਗੱਲ ਜਿਹੜੀ ਬਾਹਰ ਦੇ ਬੈਠੇ ਸਾਡੇ ਸਿੱਖ ਨੇ, ਉਹ ਭਾਵੇਂ ਕਿਸੇ ਵੀ ਸੰਸਥਾ ਨਾਲ ਜੁੜੇ ਨੇ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਛਾਪਣ ਦੀ ਜਿਹੜੀ ਗੱਲ ਹੋਈ ਆ, ਉਹ ਕਿਉਂਕਿ ਸਮੁੱਚਾ ਸਿੱਖ ਜਗਤ ਇਹ ਸਮਝਦਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਛਾਪਣ ਦੀ ਇੱਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਵਾਨਤਾ ਚੁਣੀ ਹੋਈ ਆ ਸ੍ਰੀ ਅਕਾਲ ਤਖਤ ਦੀ ਸਰਪ੍ਰਸਤੀ ਹੇਠ, ਉਹੀ ਛਾਪ ਸਕਦੀ ਆ। ਉਹਨਾਂ ਨੂੰ ਵੀ ਇਸ ਗੱਲ ਬਾਰੇ ਗੱਲ ਕੀਤੀ ਹੈ ਕਿ ਜਿਹੜੇ ਦਾਇਰਾ ਵਾ, ਉਹ ਦਾਇਰਾ ਬਹੁਤ ਵੱਡਾ ਤੇ ਵਿਸ਼ਾਲ ਆ, ਕਿਸੇ ਧੜੇ ਨਾਲ ਸੰਬੰਧਿਤ ਨਹੀਂ ਜਾਂ ਕਿਸੇ ਨੂੰ ਬਚਾਉਣ ਵਾਲਾ ਨਹੀਂ ਆ। ਸਾਨੂੰ ਇਹ ਗੱਲ ਜ਼ਰੂਰ ਬਿਲਕੁਲ ਜਿਹੜਾ ਸਾਨੂੰ ਵਿਚਾਰ ਦੇਣਾ ਕੋਈ ਹਰਜ ਨਹੀਂ। ਸਿੱਖੀ ਦੇ ਅੰਦਰ ਸੰਵਾਦ ਵਿਚਾਰ ਜਿਹੜਾ ਵਾ ਉਹ ਹੋਣਾ ਚਾਹੀਦਾ, ਪਰ ਉਹ ਸਾਰੂ ਹੋਣਾ ਚਾਹੀਦਾ, ਨਾ ਕਿ ਸੰਸਥਾ ਦੀ ਇਮੇਜ ਨੂੰ, ਸੰਸਥਾ ਦੀ ਸ਼ਾਨ ਨੂੰ ਡਿੱਗਣ ਵਾਲਾ ਹੋਵੇ। ਵਿਚਾਰ ਦੇਣਾ ਵੀ ਜ਼ਰੂਰੀ ਤੇ ਪ੍ਰਵਾਨ ਵੀ ਕਰਨਾ ਚਾਹੀਦਾ। ਇਸ ਗੱਲ ਤੇ ਮੈਂ ਸਹਿਮਤ ਹਾਂ ਜੀ। ਤੁਹਾਡਾ ਵਿਊ ਪੁਆਇੰਟ ਆ ਗਿਆ, ਥੈਂਕ ਯੂ ਵੈਰੀ ਮਚ ਗਰੇਵਾਲ ਸਾਹਿਬ, ਮਿਹਰਬਾਨੀ। ਤੁਹਾਡਾ ਵਿਊ ਪੁਆਇੰਟ ਆ ਗਿਆ। ਰਿਆੜ ਸਾਹਿਬ ਤੁਸੀਂ ਵੀ ਸਿੱਖ ਸੰਸਥਾਵਾਂ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਹੋ। ਚੰਡੀਗੜ੍ਹ ਦੇ ਵਿੱਚ ਅਸੀਂ ਦੇਖਦੇ ਹਾਂ ਕੋਈ ਐਸੇ ਸਮਾਗਮ ਜਿਹੜੇ ਨਹੀਂ ਹੋਣਗੇ ਜਿਨ੍ਹਾਂ 'ਚ ਰਿਆੜ ਸਾਹਿਬ ਦੇ ਨਾਂ ਦੀ ਕਦੇ ਚਰਚਾ ਨਾ ਹੋਈ ਹੋਵੇ। ਗਰੇਵਾਲ ਜੀ ਦਾ ਕਹਿਣਾ ਹੈ ਕਿ ਜਿਹੜੇ ਮਾਮਲੇ ਆਏ ਆ, ਚਾਹੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਗੱਲ ਕਰ ਲਈਏ, ਚਾਹੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹਨਾਂ ਜਿਹੜੀ ਚੁਣੌਤੀ ਦਿੱਤੀ ਗਈ ਉਹਨਾਂ ਮੁੱਦਿਆਂ ਤੇ ਗੱਲ ਕਰ ਲਈਏ, ਉਹ ਕਹਿੰਦੇ ਕਿ ਬੜੇ ਇਤਿਹਾਸਿਕ ਫੈਸਲੇ ਹੈ ਤੇ ਜਿਹੜਾ ਵਿਰੋਧ ਹੋ ਰਿਹਾ ਹੈ ਉਹ ਧੜੇਬੰਦੀ ਤੇ ਗੁੱਟਬੰਦੀ 'ਚ ਰਹਿ ਕੇ ਨਾ ਇਹਨਾਂ ਫੈਸਲਿਆਂ ਨੂੰ ਦੇਖਿਆ ਜਾਏ। ਮੈਂ ਗਰੇਵਾਲ ਸਾਹਿਬ ਦਾ ਜਿਹੜਾ ਸੁਝਾਅ ਦਿੱਤਾ ਹੈ ਇਹਨੂੰ ਟੋਟਲੀ ਰੱਦ ਕਰਦਾ। ਜਥੇਦਾਰ ਅਕਾਲ ਤਖਤ ਸਾਹਿਬ ਦੀ ਅਪੁਆਇੰਟਮੈਂਟ ਕਿਸ ਤਰ੍ਹਾਂ ਹੁੰਦੀ ਹੈ? 1925 ਦਾ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਟ ਹੈ, ਉਹਨੂੰ ਗਰੇਵਾਲ ਸਾਹਿਬ, ਇਹਨਾਂ ਦੀ ਪਾਰਟੀ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸਰਦਾਰ ਸੁਖਬੀਰ ਸਿੰਘ ਬਾਦਲ, ਲੌਂਗੋਵਾਲ ਸਾਹਿਬ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੇ ਉਹ ਚੰਗੀ ਤਰ੍ਹਾਂ ਪੜ੍ਹ ਲੈਣ। ਉਹਦੇ ਵਿੱਚ ਕਿਤੇ ਵੀ ਅਕਾਲ ਤਖਤ ਦੀ ਕੋਈ ਗੱਲ ਨਹੀਂ ਹੈ। ਜੇ ਗੱਲ ਹੈ ਮਾੜੀ ਮੋਟੀ ਤੇ ਹਰਮੰਦਰ ਸਾਹਿਬ ਦੀ ਹੈ, ਪ੍ਰਬੰਧਕ ਕਮੇਟੀ ਤੇ ਅਪੁਆਇੰਟ ਹੀ ਨਹੀਂ ਕਰ ਸਕਦੀ। ਇਹਨਾਂ ਦੀ ਤੇ ਅਪੁਆਇੰਟਮੈਂਟ ਹੀ ਗਲਤ ਹੈ। ਜੇ ਗਰੇਵਾਲ ਸਾਹਿਬ ਤੁਸੀਂ ਇਹ ਸਾਬਤ ਕਰ ਦਿਓ ਕਿ ਸ਼੍ਰੋਮਣੀ ਕਮੇਟੀ ਨੂੰ ਕਿਸੇ ਜਗ੍ਹਾ ਦੇ ਉੱਤੇ ਵੀ ਹੱਕ ਹੈ ਕਿ ਉਹ ਅਕਾਲ ਤਖਤ ਦੇ ਜਥੇਦਾਰ ਜਾਂ ਹੋਰ ਜਥੇਦਾਰਾਂ ਨੂੰ ਅਪੁਆਇੰਟ ਕਰ ਸਕਦੀ ਹੈ, ਤੇ ਮੈਂ ਤੁਹਾਡੇ ਕੋਲ ਨੱਕ ਰਗੜ ਕੇ ਮਾਫੀ ਮੰਗਾਂਗਾ। ਨੰਬਰ 2, ਤੁਸੀਂ ਢੰਡਰੀਆਂ ਵਾਲੇ ਨੂੰ ਤੇ ਢੰਡਰੀਆਂ ਵਾਲੇ ਦਾ ਜਿਹੜਾ ਗਲ 'ਚ ਰੱਸਾ ਪਾ ਦਿੱਤਾ ਹੈ, ਤੇ ਇਕਬਾਲ ਸਿੰਘ
ਜਿਨਨੇ ਕਿਹਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਵਿਆਹ ਕਰਾਏ ਸੀ, ਜੇ ਮੈਂ ਕਰਾਏ ਤੇ ਫੇਕੀ ਹੋ ਗਿਆ। ਜਿਹਦਾ ਮੁੰਡਾ ਤਖਤ ਦੇ ਉੱਤੇ ਨਸ਼ਾ ਕਰਦਾ ਫੜਿਆ ਗਿਆ ਹੈ, ਜਿਹੜਾ 1 ਕਰੋੜ ਰੁਪਈਆ ਸਰਦਾਰ ਦਰਬਾਰ ਸਿੰਘ ਜੀ ਬੈਂਸ ਅਮਰੀਕਾ ਵਾਲਿਆਂ ਨੇ ਜਿਹੜਾ ਤਖਤ ਨੂੰ ਭੇਜਿਆ ਸੀ ਉਹ ਲੈ ਕੇ ਖਾ ਗਿਆ, ਉਹਦੇ ਬਾਰੇ ਤੁਸੀਂ ਕਹਿੰਦੇ ਜੇ ਕਿ ਅਸੀਂ ਉਹਦੇ ਨਾਲ ਸਹਿਮਤੀ ਨਹੀਂ ਹੈ। ਤੁਸੀਂ 30 ਸੂਰਜ ਪ੍ਰਕਾਸ਼ ਗ੍ਰੰਥ ਜਿਹੜਾ ਹੈ ਉਹਨੂੰ ਧਾਰਮਿਕ ਗ੍ਰੰਥ ਮੰਨਦੇ ਜੇ ਮੰਨਦੇ ਜੇ ਤਾਂ ਉਹਦੇ ਵਿੱਚ ਸਾਰਾ ਕੁਝ ਲਿਖਿਆ ਜੋ ਇਕਬਾਲ ਸਿੰਘ ਨੇ ਕਿਹਾ ਹੈ। ਤੁਹਾਡਾ ਅਕਾਲ ਤਖਤ ਦਾ ਜਹੇਦਾਰ ਵਿਦੰਤੀ, ਉਹਦੀ ਕਿਤਾਬ ਪੜ੍ਹ ਕੇ ਵੇਖ ਲਓ, ਉਹਨੇ ਵੀ ਲਿਖਿਆ ਹੈ ਕਿ ਇਹ ਜੋ ਕੁਝ ਇਕਬਾਲ ਸਿੰਘ ਨੇ ਕਿਹਾ ਉਹ ਸੱਚ ਹੈ। ਵੰਸ਼ਾਵਲੀ ਦੇ ਵਿੱਚ ਸਾਰਾ ਕੁਝ ਲਿਖਿਆ ਹੈ। ਤੁਸੀਂ ਬਗਾਏ ਉਹਨਾਂ ਨੂੰ ਜਵਾਬ ਦੇਣ ਦੇ, ਤੁਸੀਂ ਬਗਾਏ ਉਹਨਾਂ ਨੂੰ ਤਸੱਲੀ ਪ੍ਰਗਟ ਕਰਨ ਦੇ। ਮੈਂ ਪੁੱਛਣਾ ਚਾਹੁੰਦਾ ਤੁਹਾਨੂੰ ਸੰਧੂ ਸਾਹਿਬ ਕਿ 99% ਜਿਹੜੇ ਮੁਸਲਮਾਨ ਨੇ ਉਹ ਹਿੰਦੂਆਂ ਚੋਂ ਕਨਵਰਟ ਹੋਏ ਨੇ, 99% ਜਿਹੜੇ ਈਸਾਈ ਨੇ ਉਹ ਹਿੰਦੂਆਂ ਚੋਂ ਕਨਵਰਟ ਹੋਏ ਨੇ। ਕਿਉਂ RSS ਤੇ ਭਾਰਤੀ ਜਨਤਾ ਪਾਰਟੀ ਹਿੰਦੂਆਂ ਨੂੰ ਆਪਣਾ ਮੁਸਲਮਾਨਾਂ ਨੂੰ ਤੇ ਈਸਾਈਆਂ ਨੂੰ ਕਿਉਂ ਨਹੀਂ ਕਹਿੰਦੀ ਕਿ ਇਹ ਹਿੰਦੂ ਨੇ? ਸਾਨੂੰ ਕਿਉਂ ਕਹਿੰਦੀ ਆ? ਇਹਦੇ ਪਿਛਲੇ ਬੰਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਦੀ ਟੀਮ ਹੈ ਜਿਹੜੀ ਉਹਨਾਂ ਨਾਲ ਜੱਫੀ ਪਾ ਕੇ ਬੈਠੀ ਹੋਈ ਹੈ, ਔਰ ਸਾਡੀਆਂ ਸੇਵਾਵਾਂ ਲੈ ਕੇ ਸਾਨੂੰ ਵਰਤ ਕੇ ਸਾਡੇ ਕੋਲੋਂ ਪੈਸੇ ਖਰਚ ਕਰਵਾ ਕੇ, ਸਾਡੇ ਕੋਲ ਬੰਦੇ ਇਕੱਠੇ ਕਰਵਾ ਕੇ, ਸਾਡੇ ਕੋਲ ਐਜੀਟੇਸ਼ਨਾਂ ਕਰਾ ਕੇ ਆਪਣੇ ਹੋਟਲ ਬਣਾਏ ਨੇ, ਆਪਣੀਆਂ ਬੱਸਾਂ ਬਣਾਈਆਂ ਨੇ, ਆਪਣੇ ਚੈਨਲ ਬਣਾਏ ਨੇ, ਆਪਣਾ ਭਾਈ ਸਾਹਿਬ ਜੀ ਸਾਰਾ ਕੁਝ ਵਾਅਦਾ ਕੀਤਾ ਹੈ। ਔਰ ਸਾਨੂੰ ਰਿਆੜ ਜੀ ਇੱਕ ਸਵਾਲ, ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਬਾਰੇ ਜਦੋਂ ਅਸੀਂ ਗੱਲ ਕੀਤੀ ਹੈ, ਸਾਨੂੰ ਉਸੇ ਵੇਲੇ ਕੱਢ ਦਿੱਤਾ ਗਿਆ ਹੈ। ਇਹ ਦੱਸੋ ਕਿੱਥੇ ਦੀ ਬੇਇਨਸਾਫੀ ਹੈ? ਬਾਕੀ ਜਿਹੜਾ ਅਕਾਲ ਤਖਤ ਸਾਹਿਬ ਦੀ ਗੱਲ ਹੈ, ਜੇ ਹਾਂਜੀ ਸਾਹਿਬ ਇੱਕ ਸਵਾਲ ਮੈਂ ਲੈਣਾ ਚਾਹੁੰਦਾ ਤੁਸੀਂ ਕਹਿ ਰਹੇ ਕਿ ਬਾਦਲ, ਤੁਸੀਂ ਕਹਿ ਰਹੇ ਹੋ ਕਿ ਬਾਦਲ ਜੀ ਜਿਹੜਾ ਹੈਗਾ ਜੋ ਕੁਝ ਹੋ ਰਿਹਾ, ਜੇ ਸਿੱਖਾਂ ਨੂੰ ਹਿੰਦੂ ਕਿਹਾ ਜਾ ਰਿਹਾ ਤਾਂ ਉਹਦੇ ਪਿੱਛੇ ਬਾਦਲ ਹੁਣੀ ਬੈਠੇ ਹੈ। ਰਿਆੜ ਸਾਹਿਬ ਤੁਸੀਂ ਵੀ ਤਾਂ ਲੰਬਾ ਸਮਾਂ ਅਕਾਲੀ ਦਲ ਦੇ ਅੰਦਰ ਰਹੇ ਹੋ। ਮੈਂ ਤੇ ਕਹਿ ਰਿਹਾ ਜੀ, ਮੈਂ ਆਪਣਾ ਤੁਹਾਨੂੰ ਸਾਰਾ ਕੁਝ ਦੱਸ ਦਿੱਤਾ ਜੀ ਵੀ ਸਾਡੇ ਪੈਸਿਆਂ ਨਾਲ, ਸਾਡੀ ਸੰਗਤ ਨਾਲ, ਸਾਡੇ ਸਹਿਯੋਗ ਨਾਲ, ਸਾਡੀਆਂ ਰੋਟੀਆਂ ਦਿੱਤੀਆਂ ਨਾਲ, ਸਾਡੇ ਬਿਸਤਰੇ ਦਿੱਤਿਆਂ ਨਾਲ ਸਾਨੂੰ ਬੇਵਕੂਫ ਤੇ ਮੂਰਖ ਬਣਾ ਕੇ ਹੁਣ ਵੀ ਬਣਾ ਰਹੇ ਨੇ। ਹੁਣ ਕਿਹੜਾ ਨਹੀਂ ਬਣਾ ਰਹੇ, ਹੁਣ ਵੀ ਬਣਾ ਰਹੇ ਨੇ। ਲੇਕਿਨ ਜਦੋਂ ਸਾਨੂੰ ਸਮਝ ਆਈ ਕਿ ਇਹਨਾਂ ਨੇ ਬੇਅਦਬੀਆਂ ਕਰਾਈਆਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ, ਉਸੇ ਵੇਲੇ ਅਸਤੀਫਾ ਦਿੱਤਾ। ਇਹਨਾਂ ਨੇ ਮੇਰਾ ਜਿਹੜਾ ਅਸਤੀਫਾ ਸੀ ਉਹ ਕਿਸੇ ਪ੍ਰੈਸ ਵਿੱਚ ਛਪਣ ਨਹੀਂ ਦਿੱਤਾ। ਔਰ ਹੁਣ ਤੱਕ ਇਹਨਾਂ ਨੇ ਜੋ ਮੇਰੇ ਨਾਲ ਕੀਤਾ ਹੈ, ਜੇ ਮੈਂ ਇੱਥੇ ਦੱਸਾਂ ਤੇ ਸ਼ਾਇਦ ਸਰਦਾਰ ਬਾਦਲ ਜਿਹੜਾ ਹੈ ਉਹਦੇ ਜਿਹੜੇ ਸਾਥੀ ਨੇ ਜਿਸ ਤਰ੍ਹਾਂ ਹੌਲੀ ਹੌਲੀ ਭੱਜ ਰਹੇ ਨੇ, ਉਹ ਛੇਤੀ ਭੱਜਣਾ ਸ਼ੁਰੂ ਕਰ ਦੇਣਗੇ। ਜੀ ਚਲੋ ਰਿਆੜ ਜੀ ਤੁਹਾਡਾ ਵਿਊ ਮੈਂ ਦੱਸ ਦਿਆਂ, ਮੈਂ ਫੇਰ ਵੀ ਆਵਾਂਗਾ ਤੁਹਾਡੇ ਵੱਲ। ਜੀ ਰਿਆੜ ਜੀ ਆਪਣੀ ਗੱਲ ਮੁਕੰਮਲ ਕਰੋ ਪਲੀਜ਼। ਮੈਂ ਇਹ ਕਹਿਣਾ ਚਾਹੁੰਦਾ ਗਰੇਵਾਲ ਸਾਹਿਬ, ਅਕਾਲ ਤਖਤ ਸਾਹਿਬ ਦੀ ਜਿਹੜੀ ਮਰਿਆਦਾ ਉਹਨੂੰ ਪੜ੍ਹ ਲਓ। ਜਿਹੜਾ ਉੱਥੇ ਦੋ ਤਰ੍ਹਾਂ ਦਾ ਫੈਸਲਾ ਹੈ, ਇੱਕ ਹੈ ਲੋਕਲ ਫੈਸਲਾ, ਇੱਕ ਹੈ ਸਾਰੀ ਸੰਗਤ ਦਾ ਫੈਸਲਾ, ਸਾਰੇ ਸਿੱਖ ਜਗਤ ਦਾ ਫੈਸਲਾ। ਜਿਹੜਾ ਲੋਕਲ ਫੈਸਲਾ ਹੈ ਉਹਦੇ ਵਿੱਚ ਸਾਫ਼ ਸ਼ਬਦਾਂ 'ਚ ਲਿਖਿਆ ਹੈ ਤੇ ਉੱਥੇ ਦੀ ਸੰਗਤ ਇਕੱਠੀ ਹੋਵੇਗੀ, ਉਹਨਾਂ ਦੇ ਵਿੱਚੋਂ 5 ਪਿਆਰੇ ਬਣਾਏ ਜਾਣਗੇ ਔਰ ਉਹ 5 ਪਿਆਰੇ ਗੁਰਮਤਾ ਕਰਕੇ ਉਸ ਜਿਹੜੀ ਉਹਦੀ ਪ੍ਰੋਬਲਮ ਹੈ ਉਹਦਾ ਹੱਲ ਕਰਕੇ ਮੁੜ ਕੇ ਸੰਗਤ ਦਾ ਹਿੱਸਾ ਬਣ ਜਾਣਗੇ। ਅਕਾਲ ਤਖਤ ਤੇ ਸਿਰਫ ਉਹ ਗੱਲ ਆਵੇਗੀ ਜਿਹੜੇ ਸਾਰੇ ਸਿੱਖ ਜਗਤ ਨਾਲ, ਭਾਵੇਂ ਅਮਰੀਕਾ 'ਚ ਬੈਠਾ, ਭਾਵੇਂ ਕੈਨੇਡਾ 'ਚ ਬੈਠਾ, ਭਾਵੇਂ ਜਰਮਨ 'ਚ ਬੈਠਾ, ਭਾਵੇਂ ਜਾਪਾਨ 'ਚ ਬੈਠਾ, ਭਾਵੇਂ ਯੂਪੀ 'ਚ ਬੈਠਾ, ਭਾਵੇਂ ਇੱਕ ਕਿਤੇ ਹੋਰ ਬੈਠਾ ਹੈ, ਜਿਹਦੇ ਉਹਦੇ ਨਾਲ ਸੰਬੰਧਿਤ ਮਾਮਲੇ ਨੇ ਉਹ ਅਕਾਲ ਤਖਤ ਦੇ ਉੱਤੇ ਜਿਹੜੇ ਹੈਗੇ ਨੇ ਕੀਤੇ ਜਾਣਗੇ। ਮੈਂ ਪੁੱਛਣਾ ਚਾਹੁੰਦਾ ਤੁਹਾਨੂੰ ਗਰੇਵਾਲ ਸਾਹਿਬ ਕਿ ਜਿਨ੍ਹਾਂ ਨੇ ਸੌਦਾ ਸਾਧ ਨੂੰ ਮਾਫ ਕੀਤਾ ਹੈ, ਉਹਨਾਂ ਜਥੇਦਾਰਾਂ ਨੂੰ ਤੁਸੀਂ ਕੀ ਕੀਤਾ ਹੈ ਇਸ ਅਕਾਲ ਤਖਤ ਤੇ? ਕਿਉਂ ਨਹੀਂ ਉਹਨਾਂ ਨੂੰ ਸੱਜਿਆ ਗਿਆ? ਕਿਉਂ ਨਹੀਂ ਉਹਨਾਂ ਨੂੰ ਸਜ਼ਾ ਲਾਈ ਗਈ? ਔਰ 90 ਲੱਖ ਰੁਪਏ ਦੇ ਇਸ਼ਤਿਹਾਰ ਗਰੇਵਾਲ ਸਾਹਿਬ ਤੁਸੀਂ ਅਖਬਾਰਾਂ ਨੂੰ ਦਿੱਤੇ ਨੇ, ਜਿਨ੍ਹਾਂ ਨੇ 90 ਲੱਖ ਦੇ ਇਸ਼ਤਿਹਾਰ ਦਿੱਤੇ ਨੇ, ਉਹਨਾਂ ਨੇ ਕਿਉਂ ਨਹੀਂ ਜਵਾਬ ਤਲਬੀ ਹੋਈ? ਆਹ ਕਿਤਾਬ ਆ ਮੇਰੇ ਕੋਲ, ਇਹ ਤੁਹਾਡੇ ਸੈਕਟਰੀ ਨੇ ਲਿਖੀ ਹੈ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਜੇ? ਜਦੋਂ ਸਰੂਪ ਗਵਾਚ ਗਏ ਸੀਗੇ, ਜਦੋਂ ਬੰਦੇ ਦੇ ਰਿਟਾਇਰਮੈਂਟ ਹੋਣ ਦੇ ਉੱਤੇ ਜੀ ਤੁਹਾਨੂੰ ਪਤਾ ਲੱਗਾ, ਤੁਹਾਡੀ ਆਡਿਟ ਰਿਪੋਰਟ ਕੀ ਕਹਿੰਦੀ ਆ ਗਰੇਵਾਲ ਸਾਹਿਬ? ਦੱਸਣ ਦੀ ਕਿਰਪਾਲਤਾ ਕਰੋਗੇ? ਮੈਂ ਐਸਜੀਪੀਸੀ ਦੇ ਸਰੂਪ ਮੰਗਾਉਂਦਾ ਸੀਗਾ, ਮੇਰੇ ਸਰੂਪ ਜਿਹੜੇ ਇਹਨਾਂ ਨੇ ਬੰਦ ਕਰ ਦਿੱਤੇ। ਜੀ ਰਿਆੜ ਜੀ ਕਾਫੀ ਸਵਾਲ ਤੁਹਾਡੇ ਆ ਗਏ, ਮਿਹਰਬਾਨੀ ਮੈਂ ਨਾ ਮੁੱਦਿਆਂ ਤੇ ਆਪਾਂ ਜਵਾਬ ਲੈਣੇ ਆ। ਧੰਨਵਾਦ ਤੁਹਾਡਾ। ਪ੍ਰੋਫੈਸਰ ਮਨਜੀਤ ਸਿੰਘ ਕਾਫੀ ਦੇਰ ਦੇ ਇੰਤਜ਼ਾਰ ਕਰ ਰਿਹਾ ਹੈ।
ਪ੍ਰੋਫੈਸਰ ਮਨਜੀਤ ਸਿੰਘ ਜੀ, ਜਿਸ ਤਰੀਕੇ ਦੇ ਨਾਲ ਮੌਜੂਦਾ ਪ੍ਰਸਥਿਤੀਆਂ ਪੈਦਾ ਹੋਈਆਂ ਸਿੱਖ ਭਾਈਚਾਰੇ ਦੇ ਅੰਦਰ, ਸਿੱਖ ਸੰਸਥਾਵਾਂ ਨੂੰ ਲੈ ਕੇ, ਉਹਨਾਂ ਦੇ ਫੈਸਲਿਆਂ ਨੂੰ ਲੈ ਕੇ, ਤੁਸੀਂ ਇਹਨਾਂ ਫੈਸਲਿਆਂ ਦੇ ਪ੍ਰਤੀ ਕਿਵੇਂ ਦੇਖਦੇ ਹੋ ਪ੍ਰੋਫੈਸਰ ਮਨਜੀਤ ਸਿੰਘ ਜੀ? ਦੇਖੋ, ਇਹ ਦੋ ਤਿੰਨ ਗੱਲਾਂ ਹੈਗੀਆਂ ਆ। ਕੁਝ ਗੱਲਾਂ ਤੇ ਮੈਂ ਕਹਿੰਦਾ ਕਿ ਉਹਦੇ 'ਚ ਇਸ ਸੰਸਥਾ ਦੇ ਵਿੱਚ ਜਿਵੇਂ ਬੇਭਰੋਸਗੀ ਰਿਆੜ ਸਾਹਿਬ ਜਤਾ ਰਹੇ ਆ, ਉਹਦੇ 'ਚ ਉਹਦੇ ਉਲਟ ਭਰੋਸਾ ਪੈਦਾ ਹੁੰਦਾ। ਫਾਰ ਇੰਸਟੈਂਸ ਜਿਹੜੀ ਦੇਖਿਆ ਜਾਏ ਤੇ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਕਹੋ ਜਾਂ ਉਹਨਾਂ ਦੀਆਂ ਬੀੜਾਂ ਗੁਰੂ ਗ੍ਰੰਥ ਸਾਹਿਬ ਦੀਆਂ, ਉਹਨਾਂ ਨੂੰ ਜਿਹੜਾ ਉਹਨਾਂ ਬਾਰੇ ਇਨਕੁਆਇਰੀ ਕਰਨੀ, ਉਹਦੇ 'ਚ ਦੇਖੋ ਕਾਫੀ ਇਮਾਨਦਾਰੀ ਦੀ ਗੱਲ। ਪਹਿਲਾਂ ਇੱਕ ਬਿਆਨ ਆ ਗਿਆ ਸੀਗਾ ਕਿ ਦੇਖੋ ਜੀ ਇਹ ਵੈਸੇ ਗਿਣਤੀ 'ਚ ਗਲਤੀ ਲੱਗੀ ਹੈ, ਅਸਲ 'ਚ ਘੱਟ ਹੈ ਨਹੀਂ, ਇਹ ਬਿਆਨ ਆਇਆ ਸੀਗਾ। ਉਦੋਂ ਬਾਅਦ ਜਦੋਂ ਹੁਣ ਤਹਿਕੀਕਾਤ ਹੋਈ ਆ, ਵਕੀਲਾਂ ਨੇ ਕੀਤੀ ਆ, ਉਹ ਪਹਿਲਾਂ ਮੈਡਮ ਜਿਹੜੀ ਹੈ ਜੱਜ, ਉਹਨਾਂ ਨੇ ਛੱਡਤੀ ਸੀ ਵਿੱਚੋਂ। ਉਦੋਂ ਵੀ ਲੋਕਾਂ ਨੂੰ ਸ਼ੰਕਾ ਲੱਗਾ ਕਿ ਨਹੀਂ ਖਾਨਾ ਪੂਰਤੀ ਹੋਊਗੀ, ਪਰ ਜਿਸ ਕਿਸਮ ਦੀ ਇਨਕੁਆਇਰੀ ਹੋਈ ਹੈ ਬਿਲਕੁਲ ਉਹ ਚੰਗਾ ਕੀਤਾ। ਉਹਦੇ ਨਾਲ ਸੰਸਥਾਨਾਂ ਦੇ ਉੱਤੇ ਭਰੋਸਾ ਪੈਦਾ ਹੁੰਦਾ ਕਿ ਨਹੀਂ, ਆਪਣਾ ਹੀ ਆਪਣੀਆਂ ਕਮੀਆਂ ਨੂੰ ਆਪਾਂ ਉਜਾਗਰ ਕਰਨ ਲਈ ਆਪ ਜੇ ਕੋਈ ਕਮੇਟੀ ਇਮਾਨਦਾਰੀ ਨਾਲ ਬਣਾਈਏ ਤੇ ਉਹਨੂੰ ਆਪਾਂ ਪੜਚੋਲ ਕਰਕੇ ਹੱਲ ਕਰ ਸਕਦੇ ਹਾਂ। ਇਹ ਇੱਕ ਬੜੀ ਚੰਗੀ ਗੱਲ ਹੋਈ। ਜਿਹੜੀ ਗੱਲ ਮੈਨੂੰ ਦੋ ਤਿੰਨ ਗੱਲਾਂ ਕਿੰਤੂ ਪਰੰਤੂ ਵਾਲੀਆਂ ਲੱਗਦੀਆਂ, ਉਹ ਇੱਕ ਇਹ ਹੈ ਕਿ ਇੱਕ ਢੱਡਰੀਆਂ ਵਾਲੇ ਸਾਹਿਬ ਨੇ ਜਿਹੜੇ ਰਣਜੀਤ ਸਿੰਘ ਢੱਡਰੀਆਂ ਵਾਲੇ, ਉਹ ਵਿਵਾਦ ਕਿਸੇ ਤਰੀਕੇ ਨਾਲ ਖਤਮ ਹੋਣਾ ਚਾਹੀਦਾ। ਉਹ ਖਤਮ ਹੋਣ ਦੀ ਜਗ੍ਹਾ ਉਹ ਹੋਰ ਤਿੱਖਾ ਰੂਪ ਲਈ ਜਾਂਦਾ। ਤੇ ਆਪਾਂ ਅੱਗੇ ਵੀ ਗੱਲ ਕੀਤੀ ਸੀ ਗਰੇਵਾਲ ਸਾਹਿਬ ਨਾਲ ਕਿਸੇ ਹੋਰ ਚੈਨਲ ਤੇ, ਤੁਸੀਂ ਜੇ ਆਪ ਵੀ ਪੜ੍ਹਿਆ ਹੋਣਾ ਸਿੱਧੂ ਸਾਹਿਬ, ਕਿ ਜੋ ਉਹਦੇ 'ਚ ਭਾਸ਼ਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਲਈ ਵਰਤੀ ਜਾਂਦੀ ਹੈ, ਉਹ ਕਿਸੇ ਵੀ ਸੰਤ ਮਤ ਦੇ ਲੋਕ ਦੇ ਜਾਂ ਕਿਸੇ ਚੰਗੀ ਸਿੱਖ ਰਹੁ ਰੀਤ ਵਾਲੇ ਮਤ ਵਾਲੀ ਭਾਸ਼ਾ ਨਹੀਂ ਹੈ। ਉਹਦੇ 'ਚ ਧਮਕੀਆਂ ਦੇਣੀਆਂ, ਉਹਨਾਂ ਨੂੰ ਤੂੰ ਮੈਂ ਕਰਕੇ ਬੋਲਣਾ। ਦੇਖੋ ਆਫਟਰ ਆਲ ਹਜ਼ਾਰਾਂ ਲੱਖਾਂ ਲੋਕ ਉਹਨਾਂ ਨੂੰ ਵੀ ਮੰਨਦੇ ਆ, ਤੇ ਜੇ ਆਪਾਂ ਤੂੰ ਮੈਂ ਕਰਕੇ ਬੋਲਾਂਗੇ ਤੇ ਉਹਨਾਂ ਦਾ ਨਹੀਂ ਕੁਝ ਵਿਗੜਦਾ ਹੁੰਦਾ, ਉਹ ਆਪਣਾ ਹੀ ਵਿਗੜਦਾ। ਆਪਾਂ ਜਿਹੜੀ ਭਾਸ਼ਾ ਗਲਤ ਇਸਤੇਮਾਲ ਕਰਦੇ ਆ ਉਹ ਵਿਗੜਦਾ। ਇਸ ਲਈ ਇੱਕ ਤੇ ਇਹ ਗੱਲ। ਦੂਸਰਾ, ਜਿਹੜੀ ਬੇਭਰੋਸਗੀ ਹੋਈ ਹੈ ਖਾਸ ਕਰ ਜਿਹੜੀ ਢੱਡਰੀਆਂ ਵਾਲੇ ਸਾਹਿਬ ਦੀ, ਤੇ ਉਹਨਾਂ ਨੂੰ ਵੀ ਦੂਰ ਕਰਨ ਦਾ ਕੋਈ ਤਰੀਕਾ ਕੱਢਣਾ ਚਾਹੀਦਾ। ਜੋ ਤਰੀਕਾ ਕੱਢਿਆ ਉਹ ਕਾਮਯਾਬ ਨਹੀਂ ਹੋਇਆ, ਕੋਈ ਗੱਲ ਨਹੀਂ, ਕੋਈ ਹੋਰ ਤਰੀਕਾ ਕੱਢਣਾ ਚਾਹੀਦਾ। ਹੋਰ ਬੰਦੇ ਵੀ ਹੈਗੇ ਆ, ਕੱਲਾ ਇਹ ਨਹੀਂ ਕਿ 5 ਮੈਂਬਰੀ ਕਮੇਟੀ ਤੋਂ ਬਾਅਦ ਹੁਣ ਸਾਰਾ ਕੁਝ ਠੱਪ ਹੋ ਗਿਆ। ਪਰ ਜਿਸ ਤਰੀਕੇ ਨਾਲ ਹਮਲਾ ਕਰ, ਜਿਸ ਤਰ੍ਹਾਂ ਤੁਸੀਂ ਕਹੋ ਕਿ ਬੜਾ ਅਗਰੈਸਿਵ ਢੰਗ ਨਾਲ ਭਾਸ਼ਾ ਵਰਤੀ ਗਈ ਹੈ, ਕਿ ਉਹ ਜਿਹੜੀ ਠੀਕ ਨਹੀਂ ਹੈ, ਉਹ ਨੇੜੇ ਨਹੀਂ ਲਿਆਊਗੀ, ਹੋਰ ਬੇਭਰੋਸਗੀ ਪੈਦਾ ਕਰੂਗੀ, ਹੋਰ ਚੁਣੌਤੀਆਂ ਨਵੀਆਂ ਮਸਲਿਆਂ ਨੂੰ ਕਰੂਗੀ। ਦੂਸਰੀ ਗੱਲ, ਜਿਹੜੀਆਂ ਦੋ ਤਿੰਨ ਗੱਲਾਂ ਛਪਾਈ ਕਰਨ ਵਾਲੀਆਂ, ਮੇਰਾ ਖਿਆਲ ਹੈ ਕਿ ਦੇਖੋ 120 ਦੇਸ਼ਾਂ, ਮੈਨੂੰ ਹੁਣੇ ਕੋਈ ਦੋਸਤ ਮਿਲਿਆ ਕਹਿੰਦਾ ਮੈਂ ਹੁਣੇ ਸਰਚ ਕੀਤੀ ਹੈ 120 ਦੇਸ਼ਾਂ 'ਚ ਗੁਰਦੁਆਰੇ ਹੈਗੇ, ਕਹਿੰਦਾ ਹੋਰਨਾਂ 'ਚ ਵੀ ਹੋਣਗੇ, ਮੈਂ ਇੰਨਿਆਂ 'ਚ ਗਿਣਤੀ ਕਰ ਪਾਇਆ ਆ। ਉਹਨੇ ਆਪ ਕੋਸ਼ਿਸ਼ ਕੀਤੀ। ਹੁਣ ਜੇ 120 ਗੁਰਦੁਆਰਿਆਂ 'ਚ ਤੁਸੀਂ ਜਿਹੜੀ ਬੀੜ ਨੂੰ ਲਿਜਾਣਾ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ, ਬਿਲਕੁਲ ਉਹਨਾਂ ਨੂੰ ਉੱਥੇ ਏਡੀ ਦੂਰ ਲਿਜਾਣਾ, ਇੱਥੋਂ ਛਾਪ ਕੇ ਸੈਂਟਰਲਾਈਜ਼ ਕਰਕੇ, ਉਹ ਬੜਾ ਜੋਖਮ ਭਰਿਆ ਕੰਮ ਹੈ। ਅੱਜ ਕੱਲ੍ਹ ਡਿਜੀਟਲ ਵਰਲਡ ਹੈਗਾ, ਔਰ ਚਾਹੀਦਾ ਸਾਨੂੰ। ਮੈਂ ਹੁਣੇ ਇੱਕ ਹੋਰ ਬਾਬਾ ਜੀ ਨੂੰ ਮਿਲਿਆ, ਉਹ ਆਪ ਆਪਣਾ ਜਿਹੜੀ ਟੈਬ ਕਹਿੰਦੇ ਆ, ਟੈਬਲੇਟ ਕਹਿੰਦੇ ਆ, ਉਹਦੇ ਤੋਂ ਕੱਢ ਕੇ ਪਾਠ ਕਰ ਰਹੇ ਸੀਗੇ। ਨਾਲ ਉਹਨਾਂ ਦੇ ਕੁਝ ਬੀਬੀਆਂ ਫੋਨ ਤੋਂ ਖੋਲ ਕੇ ਬੈਠੀਆਂ ਹੋਈਆਂ ਸੀ, ਉਹ ਨਾਲ ਉੱਥੋਂ ਪੜ੍ਹ ਮਤਲਬ ਦੁਨੀਆ ਬਦਲੀ ਹੈ। ਹੁਣ ਆਪਾਂ ਥੋੜਾ ਉਸ ਤਰ੍ਹਾਂ ਨਾ ਚੱਲੀਏ, ਔਰ ਕਿਤੇ ਨਾ ਕਿਤੇ ਆਪਾਂ ਇਹਨੂੰ ਡੀਸੈਂਟਰਲਾਈਜ਼ ਕਰਕੇ, ਜੇ ਕਹੀਏ ਕਿ ਅਸੀਂ ਸਾਰੀਆਂ ਚੀਜ਼ਾਂ ਐਡੇ ਵੱਡੇ ਵਿਸ਼ਾਲ ਦੁਨੀਆ ਦੀਆਂ ਆਪਣੀਆਂ ਖੰਭਾਂ ਥੱਲੇ ਲੈ ਕੇ ਬੈਠਣਾ, ਔਰ ਭਾਸ਼ਾ ਅਸੀਂ ਠਾਣੇਦਾਰੀ ਵਾਲੀ ਵਰਤਣੀ ਆ, ਉਹ ਚੀਜ਼ਾਂ ਕਿਸੇ ਵੀ ਧਰਮ ਨੂੰ ਸੋਭਦੀਆਂ ਨਹੀਂ, ਚੰਗਾ ਨਹੀਂ ਲੈ ਕੇ ਜਾਣਗੀਆਂ, ਲੋਕਾਂ ਨੂੰ ਤੋੜਦੀਆਂ, ਨਿਰਾਸ਼ ਕਰਦੀਆਂ। ਧਰਮ ਦਾ ਅਸੀਂ ਦੇਖੋ ਚਾਹੁੰਦੇ ਹਾਂ ਫੈਲਾਅ ਹੋਵੇ। ਧਰਮ ਇਸ ਕਰਕੇ ਨਹੀਂ ਕਿ ਕੋਈ ਕੱਲ ਨੂੰ ਡਾਂਗਾ ਸੋਟਿਆਂ ਵਾਲੀ ਗੱਲ ਦਾ ਮਤਲਬ ਨਹੀਂ। ਮੈਂ ਕਹਿੰਦਾ ਸਿੱਖ ਜਿਹੜਾ ਉਹ ਇੱਕ ਪੰਥ ਹੈ, ਇੱਕ ਰਸਤਾ ਹੈ, ਇੱਕ ਜੀਵਨ ਜਾਚ ਆ, ਔਰ ਅਸੀਂ ਸਾਰੇ ਉਸ ਨੂੰ ਸਮਰਪਿਤ ਹਾਂ। ਤੇ ਇਸ ਲਈ ਸਾਡੇ ਉਨੇ ਹੀ ਕੰਸਰਨ ਆ ਗਰੇਵਾਲ ਜੀ ਜਿੰਨੇ ਅਕਾਲ ਤਖਤ ਦੇ ਜਥੇਦਾਰ ਦੇ ਸਾਹਿਬ ਦੇ ਹੈਗੇ ਆ। ਅਸੀਂ ਚਾਹੁੰਦੇ ਹਾਂ ਕਿ ਇਸ ਗੱਲ ਨੂੰ ਆਪਣੇ ਕੋਲ ਸਾਰੀ ਚੀਜ਼ ਸੈਂਟਰਲਾਈਜ਼ ਕਰਕੇ, ਕੇਂਦਰੀਕਰਨ ਕਰਕੇ, ਔਰ ਜਾਂ ਕਿ ਮੈਨੂੰ ਪੁੱਛਿਆ ਕਿਉਂ ਹੋ ਗਿਆ, ਉਹਨੇ ਕਿਉਂ ਕਰਤਾ, ਇੱਥੇ ਕਿਉਂ ਹੋ ਗਿਆ, ਇਸ ਨੂੰ ਥੋੜਾ ਡੈਮੋਕ੍ਰੈਟਿਕ ਅੰਦਰੂਨੀ ਜਮਹੂਰੀਅਤ ਨੂੰ ਵਧਾਉਣਾ ਚਾਹੀਦਾ। ਔਰ ਉਸ ਦੇ ਅੱਜ ਦੇ ਯੁੱਗ ਦੇ ਵਿੱਚ ਜੋ ਨਵੀਆਂ ਸਹੂਲਤਾਂ ਆਈਆਂ, ਉਹਦੇ ਮੁਤਾਬਕ ਉਹਨੂੰ ਵਰਤ ਕੇ ਅੱਗੇ ਫੈਲਾ ਕਿਵੇਂ ਕਰਨਾ, ਉਹ ਕਰਨਾ ਚਾਹੀਦਾ। ਇੱਕ ਮੇਰਾ ਕਮੈਂਟ ਨਿੱਕਾ ਜਿਹਾ ਬਹੁਤ ਆ
कि बिल्कुल निक्का कमेंट है कि ਜਿਹੜੇ ਬੰਦਿਆਂ ਨੇ जिस तरह प्रधान मंत्री ने अपने भाषण 'ਚ ਕਿਹਾ ਸੀਗਾ ਗੋਬਿੰਦ ਰਮਾਇਣ ਉਹਦਾ ਨਾਂ ਤੱਕ ਨਹੀਂ ਜ਼ਿਕਰ ਨਹੀਂ ਕੀਤਾ ਭਰਸਣਾ ਨਹੀਂ ਕਰਨੀ ਚਾਹੀਦੀ ਕੌਣ ਹੁੰਦੇ ਆ ਇਸ ਤਰ੍ਹਾਂ ਗੱਲ ਕਰ ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ 'ਚ ਜਦੋਂ ਉੱਥੇ ਅਯੁੱਧਿਆ ਦੇ ਵਿੱਚ ਭਾਸ਼ਣ ਰਾਮ ਮੰਦਿਰ ਦੇ ਦਿੱਤਾ ਫਾਊਂਡੇਸ਼ਨ ਸਟੋਨ ਲੇ ਕਰਨ ਵੇਲੇ ਉਹ ਇਹ ਵੀ ਗੱਲ ਕਹੀ ਜਦੋਂ ਸਾਰੇ ਦੇਸ਼ ਦਾ ਨਾਂ ਲਿਆ ਕਿ ਇੱਥੇ ਸਾਰੇ ਦੇਸ਼ਾਂ ਦੇ ਅਰਮਾਨ ਲੋਕ ਹੋਰ ਆਏ ਤਾਂ ਉਹਨਾਂ ਨੇ ਕਹਿਤਾ ਕਿ ਅੰਮ੍ਰਿਤਸਰ ਤੋਂ ਲੈ ਕੇ ਪਟਨਾ ਤੱਕ ਵੀ ਇੱਥੇ ਸਾਨੂੰ ਜਿਹੜਾ ਸਮਰਪਿਤ ਆ ਜਾਂ ਲੋਕ ਇੱਥੇ ਸਪੋਰਟ ਕਰ ਰਹੇ ਆ ਹੱਦ ਹੋ ਗਈ ਹੈ ਇਸ ਤਰੀਕੇ ਦੀਆਂ ਗੱਲਾਂ ਆਪਣੀ ਵੱਲੋਂ ਜੋੜੀ ਜਾਣੀਆਂ ਔਰ ਰਿਆੜ ਸਾਹਿਬ ਦਾ ਗੁੱਸਾ ਉਹਨਾਂ ਗੱਲਾਂ ਤੋਂ ਆ ਕਿ ਸਾਨੂੰ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਸੰਬੋਧਿਤ ਹੋਣਾ ਚਾਹੀਦਾ ਮੈਂ ਕੱਲ ਹੀ ਗੁਰਦਾਸਪੁਰੋਂ ਆਇਆ ਜਗਤਾਰ ਜੀ ਉੱਥੇ ਜਿਹੜੇ ਬਹੁਤ ਸਾਰੇ ਗੇਟਾਂ ਦੇ ਨਾਂ ਇਹੋ ਜਿਹੇ ਲਾ ਰਹੇ ਆ ਜਿਹੜੇ ਕਿ ਚੰਗੇ ਸਾਡੇ ਸਿੱਖ ਸੰਸਥਾਨਾਂ ਨੂੰ ਗੇਟ ਜਾਂਦੇ ਆ ਮਹਾਰਾਣਾ ਪ੍ਰਤਾਪ ਗੇਟ ਬਹੁਤ ਸਾਰੇ ਚੌਂਕਾਂ ਦੇ ਨਾਮ ਬਦਲ ਕੇ ਇਹੋ ਜਿਹੇ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਹੜੇ ਕਿ ਜਿਹਦਾ ਕੋਈ ਇਸ ਧਰਤੀ ਨਾਲ ਲੈਣਾ ਦੇਣਾ ਹੀ ਨਹੀਂ ਇਸ ਕਰਕੇ ਪਰਸ਼ੂਰਾਮ ਦਾ ਇੱਥੇ ਕੀ ਲੈਣਾ ਪਰਸ਼ੂਰਾਮ ਚੌਂਕ ਇਸ ਕਰਕੇ ਮੇਰੀ ਬੇਨਤੀ ਇਹ ਹੈ ਕਿ ਜਿਹੜੀ ਸਾਡੀ ਐਸਜੀਪੀਸੀ ਆ ਉਹ ਅੱਖਾਂ ਖੋਲ ਕੇ ਕੰਨ ਖੋਲ ਕੇ ਇਸ ਗੱਲ ਵੱਲ ਵੀ ਚੱਲੇ ਕਿ ਤੁਹਾਡੀ ਪੰਜਾਬ ਦੀ ਧਰਤੀ ਆਪਣੀ ਤੇ ਹੋ ਕੀ ਰਿਹਾ ਦਿਨ ਰਾਤ ਇਹ ਬਹੁਤ ਜ਼ਰੂਰੀ ਗੱਲਾਂ ਤੁਸੀਂ ਜੇ ਸਾਰਿਆਂ ਲੋਕਾਂ ਦੀ ਭਰਸਣਾ ਕਰਕੇ ਉਹਨੂੰ ਦੰਡਿਤ ਕਰਨਾ ਆ ਉਹਨੂੰ ਸਜ਼ਾ ਦੇਣੀ ਆ ਉਹਨੂੰ ਤਨਖਾਹ ਲਾਉਣੀ ਇਹ ਇੱਕ ਪਾਸਾ ਇਹ ਵੀ ਜ਼ਰੂਰੀ ਹੈ ਡਿਸਪਲਿਨ ਵੀ ਜ਼ਰੂਰੀ ਪਰ ਜਿਹੜਾ ਬਾਕੀ ਕੁਝ ਕਰਕੇ ਦਿਖਾਉਣਾ ਉਹਦੀਆਂ ਗੱਲਾਂ ਵੀ ਹੋਣੀਆਂ ਚਾਹੀਦੀਆਂ ਜੀ ਮਿਹਰਬਾਨੀ ਪ੍ਰਸਾਦ ਥੈਂਕ ਯੂ ਪ੍ਰਸਾਦ ਤੁਹਾਡਾ व्यू पॉइंट आ गया ਲੈਣਾ ਇੱਕ ਛੋਟੀ ਜੀ ਬ੍ਰੇਕ ਤੋਂ ਇਸੇ ਮੁੱਦੇ ਤੇ ਆ ਰਹੇ ਵਾਪਸ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦਾ ਮਾਮਲਾ ਹੈ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਾਂ ਸਿੱਖ ਸੰਸਥਾਵਾਂ ਦੀਆਂ ਚੁਣੌਤੀਆਂ ਨੂੰ ਲੈ ਕੇ ਕੀ ਉੱਭਰ ਰਹੇ ਸਵਾਲ ਇਹਨਾਂ ਮੁੱਦਿਆਂ ਤੇ ਰਾਏ ਵੱਖਰੋ ਵੱਖਰੀ ਹੋ ਸਕਦੀ ਹੈ ਪਰ ਲਵਾਂਗੇ ਸਵਾਲ ਨਿੱਕੀ ਜੀ ਬ੍ਰੇਕ ਦੇ ਬਾਅਦ ਨਜ਼ਰੇ ਦੀ ਡਿਬੇਟ ਦਰਸ਼ਕਾਂ ਦਾ ਸਵਾਗਤ ਗਰੇਵਾਲ ਸਾਹਿਬ ਬ੍ਰੇਕ ਤੋਂ ਪਹਿਲਾਂ ਤੁਸੀਂ ਰਿਆੜ ਸਾਹਿਬ ਦੇ ਕਮੈਂਟਸ ਵੀ ਸੁਣੇ ਆ ਉਹਨਾਂ ਦਾ ਕਹਿਣਾ ਹੈ ਕਿ ਜੇ ਆਪਾਂ ਗੱਲ ਕਰਦੇ ਹਾਂ ਸਿੱਖ ਸੰਸਥਾਵਾਂ ਦੀ ਉਹਨਾਂ ਦੇ ਨਿਗਾਰ ਦੀ ਇਹਦੇ 'ਚ ਵੱਡੀ ਭੂਮਿਕਾ ਜਿਹੜੀ ਮੌਜੂਦਾ ਲੀਡਰਸ਼ਿਪ ਲੰਬੇ ਸਮੇਂ ਤੋਂ ਤੁਰੀ ਆ ਰਹੀ ਹੈ ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦੇ ਸਾਥੀ ਉਹਨਾਂ ਦੀ ਵਜ੍ਹਾ ਕਰਕੇ ਹੈ ਕਿਸ ਤਰੀਕੇ ਨਾਲ ਪਿੱਛੇ ਧੱਕਿਆ ਗਿਆ ਕਿਸ ਤਰ੍ਹਾਂ ਜਥੇਦਾਰਾਂ ਦੀ ਉਹਨਾਂ ਨੇ ਗੱਲ ਕੀਤੀ ਹੈ ਚਾਹੇ ਸੱਚਾ ਸੌਦਾ ਸਾਧ ਦੀ ਗੱਲ ਕਰ ਲਓ ਚਾਹੇ ਦੂਜੇ ਮੁੱਦਿਆਂ ਦੀ ਗੱਲ ਕਰ ਲਓ ਉਹਨਾਂ ਸਾਰੇ ਮਾਮਲਿਆਂ ਤੇ ਲੈ ਕੇ ਜਦੋਂ ਜਥੇਦਾਰਾਂ ਨੂੰ ਇਸ ਤਰੀਕੇ ਨਾਲ ਰਾਜਸੀ ਤੌਰ ਤੇ ਆਪਣੇ ਮੰਤਵ ਲਈ ਉਹਨਾਂ ਦਾ ਕਹਿਣਾ ਸੀ ਇਸਤੇਮਾਲ ਕੀਤਾ ਗਿਆ ਤਾਂ ਦੀ ਜਿਹੜੇ ਢੱਡਰੀਆਂ ਵਾਲਾ ਤੇ ਦੂਜੇ ਇਦਾਂ ਦੇ ਜਿਹੜੇ ਵਿਵਾਦ ਖੜੇ ਹੋ ਰਹੇ ਜਿਨ੍ਹਾਂ ਤੇ ਸਵਾਲ ਉੱਠ ਰਹੇ ਆ ਇਹਨਾਂ ਬਾਰੇ ਵੀ ਜਿਹੜਾ ਹੈਗਾ ਜਾਣਕਾਰੀ ਜਾਂ ਇਹਨਾਂ ਬਾਰੇ ਵੀ ਜਵਾਬਦੇਹ ਹੋਣਾ ਸਿੱਖ ਲੀਡਰਸ਼ਿਪ ਦਾ ਬਣਦਾ ਹੈ ਜੀ ਗਰੇਵਾਲ ਜੀ ਦੇਖੋ ਸਿੱਧੂ ਸਾਹਿਬ ਮੈਂ ਪਹਿਲਾਂ ਵੀ ਇੱਕ ਜ਼ਿਕਰ ਕੀਤਾ ਸੀ ਮੈਂ ਤਾਂ ਮੇਰੀ ਇਹਦੀ ਔਕਾਤ ਨਹੀਂ ਹੈਗੀ ਕਿ ਮੈਂ ਕਿਸੇ ਨੂੰ ਕੋਈ ਗੱਲ ਕਹਿ ਸਕਾਂ ਪਰ ਮੇਰੇ ਲਈ ਸਤਿਕਾਰਯੋਗ ਨੇ ਰਿਆੜ ਸਾਹਿਬ ਮੇਰੀ ਉਮਰ ਦੇ ਵਿੱਚ ਬਹੁਤ ਵੱਡੇ ਨੇ ਤੇ ਮੈਂ ਸਮਝਦਾ ਕਿ ਮੈਸੀ ਦਾ ਅਕਾਲੀ ਦਲ ਚ ਹੋਣਾ ਹੈ ਇਹ ਅਕਾਲੀ ਦਲ ਦੇ ਸੀਨੀਅਰ ਆਗੂ ਹੈ ਰਹੇ ਨੇ ਸੋ ਮੈਨੂੰ ਅਫਸੋਸ ਹੈ ਇਸ ਗੱਲ ਦਾ ਕਿ ਮੈਨੂੰ ਮੇਰੀ ਹੋਈ ਕਈ ਗੱਲ ਨੂੰ ਇਹਨਾਂ ਨੂੰ ਸੁਣਨਾ ਪਏਗਾ ਤੇ ਹੋ ਸਕਿਆ ਤੇ ਬਰਦਾਸ਼ਤ ਵੀ ਕਰਨਾ ਪਏਗਾ ਦੇਖੋ ਮੈਂ ਬੇਨਤੀ ਕਰਦਾ ਰਿਆੜ ਸਾਹਿਬ ਬਾਕੀ ਸਭ ਕੁਝ ਬਰਦਾਸ਼ਤ ਹੋ ਸਕਦਾ ਕੋਈ ਵੱਡਾ ਹੋ ਸਕਦਾ ਛੋਟਾ ਹੋ ਸਕਦਾ ਕੋਈ ਗੱਲ ਨਹੀਂ ਪਰ ਇਹ ਗੱਲ ਨਹੀਂ ਹੈਗੀ ਕਿ ਸਿਧਾਂਤਕ ਤੌਰ ਤੇ ਤੁਸੀਂ ਤਖਤ ਅਕਾਲ ਤਖਤ ਸਾਹਿਬ ਨੂੰ ਤੁਸੀਂ ਚੁਣੌਤੀ ਦਿਓ ਅੱਜ ਦੀ ਗੱਲ ਜਿਹੜੀ ਆ ਤੁਹਾਡੀ ਜ਼ਿੰਦਗੀ ਦੇ ਜੀਵਨ ਦਾ ਬਹੁਤ ਲੰਬਾ ਹਿੱਸਾ ਤੁਸੀਂ ਜਿਸ ਸਿਸਟਮ ਨਾਲ ਬਣੇ ਰਹੇ ਜਿਸ ਸਿਸਟਮ ਨੂੰ ਤੁਸੀਂ ਸਨਮਾਨ ਦਿੰਦੇ ਰਹੇ ਸਿੱਧੂ ਸਾਹਿਬ ਜਿਵੇਂ ਤੁਸੀਂ ਗੱਲ ਕੀਤੀ ਆ ਕਿ ਅੱਜ ਤੋਂ 5-4 ਸਾਲ ਪਹਿਲਾਂ ਤੱਕ ਇਹ ਅਕਾਲੀ ਦਲ 'ਚ ਰਹੇ ਨੇ ਇਹ ਅੱਜ ਦਾ ਮੁੱਦਾ ਜਿਹੜਾ ਵਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਸੰਬੰਧਿਤ ਨਹੀਂ ਹੈਗਾ ਪਰ ਇਹ ਰਿਆੜ ਸਾਹਿਬ ਅੱਜ ਦੀ ਇਹਨਾਂ ਦੀ ਉਮਰ ਹੋਰ ਦਰਾਜ ਹੋਵੇ ਕਰੀਬ 70 ਸਾਲ ਇਹ ਅਕਾਲੀ ਦਲ 'ਚ ਰਹੇ 70 ਸਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਪੋਡੀਆਂ ਦਲਾਉਂਦੇ ਰਹੇ ਹੋਣਗੇ ਮੈਂ ਇਹ ਗੱਲ ਬਜ਼ੁਰਗ ਦਾ ਕਿਸੇ ਦਾ ਸਨਮਾਨ ਕਰਨਾ ਮਾੜੀ ਗੱਲ ਨਹੀਂ ਪਰ ਅੱਜ ਦਾ ਮੁੱਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਾਂ ਅਕਾਲੀ ਦਲ ਨਾਲ ਸੰਬੰਧਿਤ ਮੁੱਦਾ ਨਹੀਂ ਹੈ ਇਹਨਾਂ ਦੇ ਸਿਸਟਮ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਹੇ ਉਹਨਾਂ ਵੀ ਇਹਨਾਂ ਦੀ ਜ਼ਮੀਰ ਹੋ ਗਈ ਸੀ ਅੱਜ ਕਿਉਂ ਜਾਗੀ ਆ 5 ਸਾਲ ਪਹਿਲਾਂ ਹੀ ਇਸ ਗੱਲ ਦੀ ਕਿਉਂ ਜਾਗੀ ਆ ਮੈਂ ਬੇਨਤੀ ਕਰਦਾ ਜੇ ਤੁਹਾਡਾ ਮਸਲਾ ਅਕਾਲੀ ਦਲ ਨਾਲ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਤਾਂ ਤੁਸੀਂ ਘੱਟੋ ਘੱਟ ਸ੍ਰੀ ਅਕਾਲ ਤਖਤ ਸਾਹਿਬ ਨੂੰ ਆਡਿਟ ਨਾ ਕਰੋ ਜਿਹੜੇ ਫੈਸਲੇ ਅੱਜ ਹੋਏ ਆ ਉਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਸੰਬੰਧ ਨਹੀਂ ਕਿਸੇ ਵੀ ਵਿਸ਼ੇਸ਼ ਵਿਅਕਤੀ ਦਾ ਸੰਬੰਧ ਨਹੀਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਇਸ ਅਕਾਲ ਤਖਤ ਸਾਹਿਬ ਦੇ ਫੈਸਲੇ ਵਿੱਚ ਅਕਾਲੀ ਦਲ ਦਾ ਜੋ ਅਸਰ ਕੀਤਾ ਤੁਹਾਡੇ ਸਾਹਮਣੇ ਆ ਅਕਾਲੀ ਦਲ ਦਾ ਜਿਹੜਾ 2 ਵਾਰ ਚਲਿਆ ਗਿਆ ਵੈਸੇ ਤਾਂ ਹਰੇਕ ਜਿਹੜਾ ਵੀ ਤਖਤ ਤੇ ਆਉਂਦਾ ਗੁਰੂ ਦੇ ਦੁਆਰ ਆਉਂਦਾ ਉਹਨੂੰ ਬਖਸ਼ਦਾ ਵਾ ਗੁਰੂ ਪਰ ਫਿਰ ਵੀ ਅਕਾਲ ਤਖਤ ਦੇ ਜਥੇਦਾਰ ਦਾ ਐਡਾ ਸਖਤ ਫੈਸਲਾ ਜਿਨ੍ਹਾਂ ਲੋਕਾਂ ਨੇ ਚੋਰ ਮੋਰੀ ਰਾਹੀਂ ਅੰਮ੍ਰਿਤ ਛਕਾਉਣ ਦੀ ਗੱਲ ਕੀਤੀ ਹੈ ਸੁੱਚਾ ਸਿੰਘ ਲਗਾ ਨੂੰ ਉਹਨਾਂ ਨੂੰ ਵੀ ਤਾਬਿਆ ਉਸ ਤੋਂ ਬਾਅਦ ਅੱਜ ਫਿਰ ਪੰਜਾਬੀ 'ਚ ਇਹ ਗੱਲ ਕਹਿ ਦਿੱਤੀ
ਕਿ ਬਿਲਕੁਲ ਜਿਹੜੀ ਹੈ ਇਹਦੀ ਬੇਨਤੀ ਪ੍ਰਵਾਨ ਕੀਤੀ ਜਾਊਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗਰੇਵਾਲ ਜੀ, ਗਰੇਵਾਲ ਸਾਹਿਬ, ਮੇਰੀ ਗੱਲ ਸੁਣੋ, ਗਰੇਵਾਲ ਸਾਹਿਬ ਗੱਲ ਸੁਣ ਲਓ। ਗਰੇਵਾਲ ਸਾਹਿਬ, ਪਟਨਾ ਸਾਹਿਬ ਦੇ ਜਥੇਦਾਰ ਦਾ ਕਮੈਂਟਸ ਵੀ ਇਹਨਾਂ ਨੇ ਦਿੱਤਾ ਮੈਂ ਵਿੱਚ। ਉਹ ਵੀ ਕਰਦਾ ਪਟਨਾ ਸਾਹਿਬ ਦੇ ਜਥੇਦਾਰ ਕਿਤੇ ਨਹੀਂ ਚੱਲਿਆ। ਓਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਹਿੰਦੇ ਆ, ਕਹਿੰਦੇ ਬਾਦਲ ਦੀ ਆ, ਤੇ ਉਹਦੀ ਸ਼੍ਰੋਮਣੀ ਕਮੇਟੀ ਨੂੰ ਕਿੱਥੇ ਬਖਸ਼ਿਆ ਉਹਨਾਂ ਨੇ? ਸ਼੍ਰੋਮਣੀ ਕਮੇਟੀ ਨੂੰ ਕਟਹਿਰੇ 'ਚ ਖੜਾ ਕੀਤਾ। ਉਹ ਆ ਕੇ ਜਿਵੇਂ ਪ੍ਰੈਸ ਸਾਹਿਬ ਨੇ ਜ਼ਿਕਰ ਕੀਤਾ ਕਿ ਇਹ ਤੂੰ ਹੀ ਵਾਅਦਾ ਕੀਤਾ ਉਹਨਾਂ ਨੇ। ਹੈਲੋ ਜੀ ਆਵਾਜ਼ ਆ ਰਹੀ ਹੈ ਤੁਹਾਡੀ ਗਰੇਵਾਲ ਜੀ? ਹਾਂ ਹਾਂਜੀ ਗਰੇਵਾਲ ਸਾਹਿਬ, ਵਿੱਚ ਵੀ ਵਾਅਦਾ ਕੀਤਾ ਸਾਨੂੰ, ਜੇ ਕੱਲਾ ਸਿਰਫ ਬਾਦਲ ਫੋਬੀਆ ਹੋਇਆ ਇਹਨਾਂ ਨੂੰ ਤੇ ਇਹ ਗੱਲ ਨੂੰ ਅਕਾਲ ਤਖਤ ਸਾਹਿਬ ਨਾਲ ਨਾ ਜੋੜਨ। ਇਹ ਬਾਦਲ ਸਾਹਿਬ ਨੂੰ ਰਾਜਨੀਤਿਕ ਪਿੰਡ ਦੇ ਅੰਦਰ ਉਹਨਾਂ ਦੇ ਬਾਰੇ ਜ਼ਰੂਰ ਗੱਲ ਕਰਨ। ਜਿਹੜੀ ਗੱਲ ਤੁਸੀਂ ਕੀਤੀ ਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਗਿਆਨੀ ਇਕਬਾਲ ਸਿੰਘ ਹੋਣਾ ਦੀ, ਗਿਆਨੀ ਇਕਬਾਲ ਸਿੰਘ ਹੋਣਾ ਦੀ ਯਾਤਰਾ, ਉਹਨਾਂ ਦਾ ਜਾਣਾ, ਉਹਨਾਂ ਨੇ ਕਿਹਾ ਕਿ ਉਹਨਾਂ ਦਾ ਆਪਣਾ ਫੈਸਲਾ ਸੀ, ਉਹਦੇ ਵਿੱਚ ਕੋਈ ਕਿਸੇ ਨਹੀਂ। ਜਿਹੜੀ ਗੱਲ 100 ਅਥਰਸਾ ਸਿਰੇ ਤੇ ਗੰਢ, ਬਹੁਤ ਸਾਰੇ ਲੋਕ ਕਹੀ ਜਾਂਦੇ ਨੇ ਕਿ ਜਿਵੇਂ ਜ਼ਿਕਰ ਹੋਇਆ ਕਿ ਇਹ ਸਾਨੂੰ ਹਿੰਦੂਆਂ ਵਿੱਚ ਚਾਹੁੰਦੇ ਨੇ। ਅਕਾਲ ਤਖਤ ਸਾਹਿਬ ਨੇ ਪੰਜਾਬੀ 'ਚ ਇਹ ਗੱਲ ਕਹਿ ਦੀ, ਸਿੱਖ ਇੱਕ ਵੱਖਰੀ ਕੌਮ ਹੈਗੀ ਸੀ, ਅੱਜ ਹੈ, ਕੱਲ ਨੂੰ ਵੀ ਰਹੇਗੀ। ਕਿਸੇ ਤਰ੍ਹਾਂ ਦਾ ਕੋਈ ਸਮਝੌਤਾ ਨਹੀਂ, ਕਿਸੇ ਨੂੰ ਅਸੀਂ ਬਰਦਾਸ਼ਤ ਨਹੀਂ ਕਰਦੇ। RSS ਕੁਝ ਨਹੀਂ ਕਰ ਸਕਦੀ, RS ਜਾਂ ਹੋਰ ਜਿਹੜੀਆਂ ਜਥੇਬੰਦੀਆਂ ਸਿੱਖਾਂ ਦਾ ਕੁਝ ਨਹੀਂ ਵਿਗਾੜ ਸਕਦੀਆਂ। ਕਾਂਗਰਸ ਨੇ ਜੇ ਢਾਇਆ ਸੀ ਅਕਾਲ ਤਖਤ ਸਾਹਿਬ ਨੂੰ, ਤਾਂ ਸਾਡੇ ਜਿਹੜੇ ਭਰਾ ਨੇ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਉਹ ਅੱਜ ਅਕਾਲ ਤਖਤ ਨੂੰ ਆਪ ਢਾਉਣ ਲੱਗੇ ਹੋਏ ਨੇ। ਸੋ ਰਾਜਸੀ ਲੜਾਈ ਆਪਣੇ ਪਿੰਡ 'ਚ ਹੋਣੀ ਚਾਹੀਦੀ ਆ। ਜੋ ਮੌਜੂਦਾ ਸਮੇਂ ਵਿੱਚ ਚੰਗੇ ਫੈਸਲੇ ਹੋਏ ਨੇ, ਉਹਨਾਂ ਚੰਗਾ ਫੈਸਲਾ ਨੂੰ, ਜਿਵੇਂ ਕਿਨਾਂ ਪ੍ਰੈਸ ਸਾਹਿਬ ਨੇ ਵੀ ਜ਼ਿਕਰ ਕੀਤਾ ਕਿ ਜਿਹੜੀ ਚੰਗੀ ਗੱਲ ਹੋਈ ਆ ਉਹਨੂੰ ਚੰਗੀ ਗੱਲ ਕਰੋ, ਇਹ ਮਾੜੀ ਗੱਲ ਨਹੀਂ ਹੈਗੀ ਜੀ। ਸਿੰਘ ਸਾਹਿਬ ਨੇ ਕਿਸੇ ਵੀ ਧੜੇ ਨੂੰ, ਜਿਵੇਂ ਕਹਿੰਦੇ ਹੁੰਦੇ ਆ, ਇੱਥੇ ਬਚਾਇਆ ਨਹੀਂ ਹੈਗਾ। ਸੋ ਜਿਹੜੀਆਂ ਗੱਲਾਂ ਤੁਸੀਂ ਸਾਡੇ ਨਾਲ ਗੱਲਾਂ ਕਰਦੇ ਹੋ, ਉਹਦੇ ਵਿੱਚੋਂ ਇਹ ਬੋ ਆ ਰਹੀ ਹੈ ਕਿ ਤੁਹਾਡਾ ਸਿਆਸੀ ਵਿਰੋਧ ਆ। ਤੁਹਾਡਾ ਸਿਆਸੀ ਵਿਰੋਧ ਇੱਕ ਵਿਅਕਤੀ ਨਾਲ ਹੋ ਸਕਦਾ, ਇੱਕ ਧੜੇਬੰਦੀ ਨਾਲ, ਜਥੇਬੰਦੀ ਨਾਲ ਹੋ ਸਕਦਾ। ਰਿਆੜ ਸਾਹਿਬ, ਸਿੱਖਾਂ ਦੇ ਇਤਿਹਾਸ ਨੂੰ ਚੁਣੌਤੀ ਨਾ ਦਿਓ। ਤੁਸੀਂ ਆਪਣੀ ਜ਼ਿੰਦਗੀ ਵਿੱਚ ਬੜੇ ਚੰਗੇ ਕੰਮ ਕੀਤੇ ਨੇ, ਬੜੇ ਤੁਸੀਂ ਕਾਰਨਾਮੇ ਕੀਤੇ ਨੇ। ਕੀ ਹੋ ਗਿਆ ਜੀ ਅੱਜ ਤੁਹਾਡਾ ਵਿਊ ਪੁਆਇੰਟ ਆ ਗਿਆ? ਗਰੇਵਾਲ ਸਾਹਿਬ ਵਿਊ ਪੁਆਇੰਟ ਆ ਗਿਆ। ਰਿਆੜ ਸਾਹਿਬ, ਰਿਆੜ ਜੀ, ਤੁਸੀਂ ਗਰੇਵਾਲ ਸਾਹਿਬ ਦੇ ਕਮੈਂਟਸ ਵੀ ਸੁਣੇ ਆ। ਉਹਨਾਂ ਦਾ ਕਹਿਣਾ ਹੈ ਕਿ ਤੁਹਾਨੂੰ ਬਾਦਲ ਫੋਬੀਆ, ਜਿਹਦੇ ਕਰਕੇ ਵਿਰੋਧ ਕਰਦੇ ਹੋ ਤੁਸੀਂ, ਸਿੱਖ ਸੰਸਥਾਵਾਂ ਦਾ ਵਿਰੋਧ ਨਾ ਕਰੋ। ਜਿਹੜੀਆਂ ਪਿਛਲੀਆਂ ਗੱਲਾਂ, ਉਹ ਕਹਿੰਦੇ ਅਸੀਂ ਉਹਦੇ ਤੇ ਜਿਹੜੀਆਂ ਗਲਤ ਗੱਲਾਂ ਹੋਈਆਂ, ਅਸੀਂ ਵੀ ਮੰਨਦੇ ਹਾਂ ਕਿ ਗਲਤ ਗੱਲਾਂ ਹੋਈਆਂ, ਪਰ ਹੁਣ ਜੋ ਕੁਝ ਹੋ ਰਿਹਾ ਬਹੁਤ ਸਹੀ ਤਰੀਕੇ ਨਾਲ ਜਾ ਰਿਹਾ ਸਾਰੀ ਸੇਧ। ਮੈਂ ਜੀ ਹੱਥ ਜੋੜ ਕੇ ਗਰੇਵਾਲ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਮੇਰਾ ਬਾਦਲ ਨਾਲ ਕੋਈ ਵਾਸਤਾ ਹੀ ਨਹੀਂ। ਮੈਨੂੰ ਬਾਦਲ ਨੇ ਵਰਤਿਆ, ਮੈਂ ਬੇਵਕੂਫ ਸੀਗਾ, ਮੈਂ ਉਹ ਬੇਵਕੂਫੀ ਦੀ ਸਜ਼ਾ ਭੁਗਤ ਰਿਹਾ। ਮੈਂ ਉਹਨਾਂ ਦਾ ਵਿਰੋਧ ਨਹੀਂ ਕਰ ਰਿਹਾ, ਮੈਂ ਉਹਨਾਂ ਨੂੰ ਠੀਕ ਰਸਤੇ ਤੇ ਪਾਉਣ ਦੀ ਗੱਲ ਕਰ ਰਿਹਾ। ਅੱਜ ਵੀ ਅਗਰ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸਰਦਾਰ ਸੁਖਬੀਰ ਸਿੰਘ ਬਾਦਲ, ਮਜੀਠੀਆ ਤੇ ਚੀਮਾ ਅੱਜ ਵੀ ਅਗਰ ਦੱਸਾਂ ਜੀ ਠੀਕ ਰਸਤੇ ਦੇ ਉੱਤੇ ਆ ਜਾਣ, ਅਕਾਲ ਤਖਤ ਸਾਹਿਬ ਦੀ ਵੀ ਮਰਿਆਦਾ ਠੀਕ ਹੋ ਸਕਦੀ ਹੈ। ਅਕਾਲ ਤਖਤ ਸਾਹਿਬ ਦੇ ਉੱਤੇ ਬੰਦੇ ਵੀ ਠੀਕ ਬੈਠ ਸਕਦੇ ਆ, ਔਰ ਅਕਾਲ ਤਖਤ ਜਿਹੜਾ ਹੈ ਉਹ ਸਾਰੇ ਸਿੱਖਾਂ ਨੂੰ ਧਰਮ ਪ੍ਰਮਾਣਿਤ ਵੀ ਹੋ ਸਕਦਾ ਹੈ। ਲੇਕਿਨ ਗੱਲ ਸਿਰਫ ਇੰਨੀ ਹੈ, ਮੈਂ ਇਹ ਗੱਲ ਕਹਿਣੀ ਚਾਹੁੰਦਾ ਹਾਂ ਕਿ ਸੁਖਬੀਰ ਸਿੰਘ ਬਾਦਲ ਨੂੰ ਕਿਉਂ ਨਹੀਂ ਅਕਾਲ ਤਖਤ ਤੇ ਸੱਦਿਆ ਗਿਆ? ਉਹਨੇ ਅੰਮ੍ਰਿਤ ਛਕਿਆ ਸੀ, ਉਹਨੇ ਕਦੀ ਵੀ ਹੁਣ ਤੱਕ ਕਰ ਨਹੀਂ ਪਾਏ। ਉਹਦੀ ਧਰਮ ਪਤਨੀ ਨੇ ਅੰਮ੍ਰਿਤ ਨਹੀਂ ਛਕਿਆ। ਮੈਂ ਪੁੱਛਣਾ ਚਾਹੁੰਦਾ ਕਿ ਭਾਈ ਸਾਹਿਬ ਜੀ, ਉਹਨਾਂ ਦੇ ਭਰਾ ਜਿਹੜੇ ਅੱਜ ਕੱਲ੍ਹ ਫਾਈਨੈਂਸ ਮਿਨਿਸਟਰ ਨੇ, ਉਹਨਾਂ ਨੂੰ ਮੈਂ ਆਪਣਾ ਕੇਸਗੜ੍ਹ ਸਾਹਿਬ ਦੇ ਖੜ ਕੇ ਉੱਥੇ ਜਦੋਂ ਬਾਈ ਇਲੈਕਸ਼ਨ ਸੀ, ਜਿਹੜੀ ਪਹਿਲੀ ਅਸੀਂ ਜਿੱਤੀ ਸੀ, ਉੱਥੇ ਖੜ ਕੇ ਮੈਂ ਅੰਮ੍ਰਿਤ ਛਕਾ ਕੇ ਲਿਆਇਆ ਸੀਗਾ। ਉਹ ਅੱਜ ਉਹ ਅੰਮ੍ਰਿਤ ਕਿੱਥੇ ਆ? ਜਿਨ੍ਹਾਂ ਪਰਿਵਾਰਾਂ ਨੂੰ ਤੁਸੀਂ ਅੱਗੇ ਲਗਾਇਆ ਹੋਇਆ ਹੈ। ਮੈਂ ਪੁੱਛਣਾ ਚਾਹੁੰਦਾ ਕਿ ਭਾਈ ਸਾਹਿਬ ਜੀ ਵੈਦੰਤੀ ਸਾਹਿਬ ਕਿੱਥੇ ਨੇ? ਮੈਂ ਪੁੱਛਣਾ ਚਾਹੁੰਦਾ ਗੁਰਬਚਨ ਸਿੰਘ ਕਿੱਥੇ ਨੇ? ਮੈਂ ਪੁੱਛਣਾ ਚਾਹੁੰਦਾ ਰਣਜੀਤ ਸਿੰਘ ਕਿੱਥੇ ਨੇ? ਮੈਂ ਪੁੱਛਣਾ ਚਾਹੁੰਦਾ ਪ੍ਰੋਫੈਸਰ ਦਰਸ਼ਨ ਸਿੰਘ, ਜਿਨ੍ਹਾਂ ਨੇ ਸਤਿਕਾਰਯੋਗ ਮਿਨਿਸਟਰ ਜਿਹੜੇ ਅੱਜ ਇਸ ਸੰਸਾਰ ਦੇ ਵਿੱਚ ਨਹੀਂ, ਚੀਫ ਮਿਨਿਸਟਰ ਸਾਹਿਬ ਬਰਨਾਲਾ ਸਾਹਿਬ, ਉਹਨਾਂ ਦੇ ਗਲ ਵਿੱਚ ਫੱਟੀ ਪਾ ਕੇ ਲਿਖਿਆ ਸੀ ਹਮ ਪਾਪੀ ਤੁਮ ਬਖਸ਼ਣਹਾਰ, ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਜਲੀਲ ਕਰਕੇ ਕੱਢਿਆ? ਇਹ ਗੱਲਾਂ ਦਾ ਜਵਾਬ ਤੁਹਾਨੂੰ ਦੇਣਾ ਪਏਗਾ ਗਰੇਵਾਲ ਸਾਹਿਬ। ਅੱਜ ਦੇ ਦਿਓ, ਕੱਲ ਦੇ ਦਿਓ, ਪਰਸੋਂ ਦੇ ਦਿਓ, ਚੌਥੇ ਦੇ ਦਿਓ। ਬਾਕੀ ਨਾ ਮੈਂ ਬਾਦਲ ਕੋਲੋਂ ਡਰਦਾ, ਨਾ ਮੈਂ ਕਿਸੇ ਜਥੇਦਾਰ ਕੋਲੋਂ ਡਰਦਾ, ਨਾ ਮੈਂ ਸੱਚ ਕਹਿਣਾ, ਸੱਚ ਸੁਣਾਏ ਸੀ, ਸੱਚ ਕੀ ਬੇਲਾ। ਮੇਰਾ ਗੁਰੂ ਕਹਿ ਰਿਹਾ ਵੀ ਸੱਚ ਦੀ ਗੱਲ ਕਰਨੀ ਆ, ਸੱਚ ਦੇ ਕੁਰਬਾਨ ਹੋ ਸਕਦੇ ਆ। ਮੇਰਾ ਪਿਓ ਮਾਰ ਦਿੱਤਾ ਗਿਆ, ਕਦੀ ਬਾਦਲ ਨੇ ਆ ਕੇ ਸਾਡੇ ਘਰ ਪੁੱਛਿਆ ਕਿ ਉਹਨੂੰ ਕਿਉਂ ਮਾਰਿਆ ਗਿਆ? 29 ਅਗਸਤ 1990 ਨੂੰ 15 ਸੈਕਟਰ ਦੇ ਗੁਰਦੁਆਰਾ ਸਾਹਿਬ ਦੇ ਵਿੱਚ। ਗਰੇਵਾਲ ਸਾਹਿਬ, ਤੁਸੀਂ ਕਦੀ ਕਿਸੇ ਜਿਹੜਾ ਤੁਹਾਡਾ ਬੰਦਾ ਜਿਹੜਾ ਤੁਹਾਡੀ ਮਦਦ ਕਰਦਾ ਹੈ,
कभी अज तक ਉਹਦੇ ਲਾਗੇ ਖਲੋਤੇ ਜੇ ਤੁਸੀਂ ਆਪਣਾ ਮਤਲਬ ਕਰਦੇ ਜੇ ਤੁਹਾਡਾ ਮਤਲਬ ਚੁਣੋ ਵਰਤੋ ਤੇ ਪਛਾਣ ਛੱਡ ਦਿਓ ਇਸ ਤੋਂ ਬਾਅਦ ਤੁਹਾਡੀ ਹੋਰ ਕੋਈ ਕਾਰਾਗਰੀ ਨਹੀਂ ਹੈ ਮੈਨੂੰ ਦੱਸੋ ਮਜੀਠੀਏ ਦੀ ਕੀ ਕੁਰਬਾਨੀ ਆ ਮੈਨੂੰ ਦੱਸੋ ਕਿ ਭਾਈ ਸਾਹਿਬ ਜੀ ਇਹਦੀ ਕੀ ਕੁਰਬਾਨੀ ਆ ਮੈਨੂੰ ਦੱਸੋ ਕੀਮੇ ਦੀ ਕੀ ਕੁਰਬਾਨੀ ਆ ਜਿਹੜਾ ਸਾਰੇ ਅਕਾਲੀ ਦਲ ਨੂੰ ਘੁਮਾਈ ਫਿਰਦਾ ਉਹ ਕੱਲ ਦੀ ਭੂਤਨੀ ਸੇਵਿਆਂ 'ਚ ਅੱਧ ਹਾਂਜੀ ਮਰ ਗਏ ਅਸੀਂ ਤੁਹਾਡੇ ਸਾਹਮਣੇ ਤੁਸੀਂ ਵਿੱਚ ਉੱਥੇ ਰੋਕੇ ਸੀਗੇ ਤੇ ਮੈਂ ਇੱਥੇ ਗ੍ਰਿਫਤਾਰੀ ਦਿੱਤੀ ਸੀ ਜਿੱਦਣ ਤੁਸੀਂ ਭਾਈ ਸਾਹਿਬ ਜੀ ਸਪੋਕਸਮੈਨ ਵਾਲੇ ਜੋਗਿੰਦਰ ਸਿੰਘ ਦੇ ਖਿਲਾਫ ਇੱਥੇ ਧਰਨਾ ਲਾਉਣ ਦੀ ਗੱਲ ਕੀਤੀ ਸੀ ਮੈਂ ਸੀ ਜਿੰਨੇ ਭਾਈ ਸਾਹਿਬ ਜੀ ਜਾ ਕੇ ਥਾਣੇ ਦੇ ਅੰਦਰ ਆਪਣੇ ਬੰਦੇ ਜਿਹੜੇ ਗ੍ਰਿਫਤਾਰ ਕਰਾਏ ਸੀ ਤੁਹਾਨੂੰ ਰੋਕ ਲਿਆ ਗਿਆ ਸੀ ਮਰਿੰਡੇ ਤੁਹਾਨੂੰ ਪਤਾ ਹੈ ਨਾ ਯਾਦ ਹੈ ਨਾ ਮੈਂ ਇਹ ਗੱਲ ਕਹਿਣੀ ਚਾਹੁੰਦਾ ਕੁਰਬਾਨੀ ਤੋਂ ਕਦੀ ਪਿੱਛੇ ਨਹੀਂ ਹਟਾਂਗੇ ਅਕਾਲ ਤਖਤ ਨੂੰ ਉੱਚਾ ਚੁੱਕਾਂਗੇ ਉੱਤੇ ਬੈਠੇ ਹੋਏ ਗਲਤ ਆਦਮੀ ਨੂੰ ਕਦੀ ਉਹਨੂੰ ਭਾਈ ਸਾਹਿਬ ਜੀ ਬਰਦਾਸ਼ਤ ਨਹੀਂ ਕਰਾਂਗੇ ਭਾਵੇਂ ਜੋ ਮਰਜ਼ੀ ਹੋ ਜਾਵੇ ਜੀ ਅਕਾਲ ਤਖਤ ਦੇ ਜਥੇਦਾਰ ਨੂੰ ਕਹੋ ਕਿ ਭਾਈ ਸਾਹਿਬ ਜੀ ਜਿਨ੍ਹਾਂ ਜਥੇਦਾਰਾਂ ਨੇ ਉਹਨੂੰ ਮਾਫ ਕੀਤਾ ਹੈ ਜਿਨ੍ਹਾਂ ਨੇ 90 ਲੱਖ ਰੁਪਏ ਇਸ਼ਤਿਹਾਰ ਵਾਸਤੇ ਦਿੱਤੇ ਨੇ ਜਿਨ੍ਹਾਂ ਨੇ ਕੌਮ ਨੂੰ ਗੁੰਮਰਾਹ ਕੀਤਾ ਹੈ ਜਿਹੜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਘਰ ਜਾ ਕੇ ਇਹ ਮੰਨ ਕੇ ਆਏ ਨੇ ਕਿ ਅਸੀਂ ਉਹਨੂੰ ਮਾਫ ਕਰਾਂਗੇ ਤੁਸੀਂ ਸਾਨੂੰ ਇਜਾਜ਼ਤ ਦਿਓ ਘਰ ਜਾ ਕੇ ਅਕਾਲ ਤਖਤ ਦਾ ਜਥੇਦਾਰ ਸਾਰੇ ਜਥੇਦਾਰ ਉਹਨਾਂ ਨੂੰ ਕੀ ਸਜ਼ਾ ਦਿੰਦੇ ਜੇ ਦੱਸੋ ਤੁਸੀਂ ਜਦੋਂ ਤੁਸੀਂ ਉਹਨਾਂ ਨੂੰ ਸਜ਼ਾਵਾਂ ਦੇ ਰਹੇ ਹੋਗੇ ਆਪਣੀ ਜ਼ਬਾਨ ਤੋਂ ਮੈਂ ਕਦੀ ਕਿਸੇ ਨੂੰ ਮਾੜਾ ਨਹੀਂ ਕਿਹਾ ਅਸੂਲ ਜਿਹੜਾ ਹੈ ਅਸੂਲ ਰਹੇਗਾ ਜੀ ਰਿਆੜ ਸਾਹਿਬ ਤੁਹਾਡੀ ਗੱਲ ਆ ਗਈ ਜਿਹੜਾ ਤੁਹਾਡਾ ਵਿਊ ਪੁਆਇੰਟ ਆ ਗਿਆ ਜਿਹੜਾ ਪ੍ਰੋਫੈਸਰ ਮਨਜੀਤ ਸਿੰਘ ਮੈਂ ਚਾਹਨਾ ਕਿ ਜਾਤੀ ਤੌਰ ਉੱਤੇ ਆਪਾਂ ਜਿਹੜਾ ਲਾਂਛਨ ਚ ਪੈਣ ਦੀ ਬਜਾਏ ਜੋ ਇਹ ਸਵਾਲ ਉੱਪਰ ਕੇ ਸਾਹਮਣੇ ਆ ਰਿਹਾ ਹੈ ਕਿ ਆਖਰ ਜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਉੱਤੇ ਸਵਾਲ ਉੱਠ ਰਹੇ ਹੈ ਸਿੱਖ ਸੰਸਥਾਵਾਂ ਦੇ ਜਿਹੜੇ ਉਹਨਾਂ ਦਾ ਕੱਦ ਹੈ ਉਹਨਾਂ ਦਾ ਆਕਾਰ ਹੈ ਜਿਹੜਾ ਉਹਨਾਂ ਦੀ ਮਰਿਆਦਾ ਹੈ ਉਹਨੂੰ ਲੈ ਕੇ ਸਵਾਲ ਉੱਠ ਰਹੇ ਹੈ ਇਹ ਸਵਾਲ ਕੋਈ ਰਾਤੋਂ ਰਾਤ ਤਾਂ ਉੱਠੇ ਨਹੀਂ ਗਏ ਪਿਛਲੇ ਲੰਬੇ ਸਮੇਂ 'ਚ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਜਿਨ੍ਹਾਂ ਨੇ ਗਰੇਵਾਲ ਸਾਹਿਬ ਨੇ ਵੀ ਕਿਹਾ ਕਿ ਹਾਂ ਕੁਝ ਘਟਨਾਵਾਂ ਇੱਦਾਂ ਦੀਆਂ ਮੰਦਭਾਗੀਆਂ ਵਾਪਰੀਆਂ ਜਿਨ੍ਹਾਂ ਕਰਕੇ ਸਾਰਾ ਕੁਝ ਵਾਪਰਿਆ ਉਹਨਾਂ ਮੁੱਦਿਆਂ ਨੂੰ ਲੈ ਕੇ ਸਵਾਲ ਉੱਠ ਰਹੇ ਆ ਤਾਂ ਕਿ ਭਵਿੱਖ 'ਚ ਅਜਿਹਾ ਕੁਝ ਨਾ ਵਾਪਰੇ ਜੀ ਪ੍ਰੋਫੈਸਰ ਸਿੰਘ ਜੀ ਸਿੱਧੂ ਸਾਹਿਬ ਮੈਨੂੰ ਰਿਆੜ ਸਾਹਿਬ ਜਿਸ ਵੀ ਜੋਸ਼ ਦੇ ਵਿੱਚ ਜਿਸ ਗਿਲੇ ਉਹਨਾਂ ਨੇ ਗਿਲੇ ਸ਼ਿਕਵੇ ਆਪਣੇ ਰੱਖੇ ਆ ਮੈਨੂੰ ਉਹਨਾਂ ਦੇ ਨਾਲ ਇਸ ਗੱਲ ਦਾ ਮਤਲਬ ਸਿੰਪਥੀ ਹੈਗੀ ਆ ਕੋਈ ਗੁੱਸਾ ਨਹੀਂ ਆ ਰਿਹਾ ਦੁੱਖ ਵੀ ਨਹੀਂ ਹੋ ਰਿਹਾ ਸਵਾਲ ਇਹ ਹੈ ਕਿ ਜਦੋਂ ਇਸ ਕਿਸਮ ਦੇ ਦੇਖੋ ਆਪਾਂ ਹੁਣ ਚੈਨਲ ਤੇ ਬੋਲ ਰਹੇ ਹਾਂ ਕਿੰਨਾ ਕੁਛ ਉਹਨਾਂ ਨੇ ਕਿਹਾ ਥੋੜਾ ਨਹੀਂ ਬਹੁਤ ਜਿੰਨਾ ਵੀ ਉਹਨਾਂ ਦੇ ਮਨ ਵਿੱਚ ਸੀ ਸਾਰੀ ਗੱਲ ਕਹੀ ਇਹੋ ਹੀ ਗੱਲ ਕਹਿਣ ਲਈ ਜੇ ਸਾਡੇ ਸੰਸਥਾਨਾਂ ਦੇ ਅੰਦਰ ਜਗਾਵਾਂ ਹੋਣ ਰਸਤੇ ਹੋਣ ਮੌਕੇ ਹੋਣ ਤਾਂ ਫਿਰ ਉਹ ਪਬਲਿਕ 'ਚ ਆ ਕੇ ਪਰਸਨਾ ਨਹੀਂ ਹੋਊਗੀ ਫਿਰ ਉਹ ਅੰਦਰ ਹੋਊਗੀ ਹੁਣ ਇਹ ਸਭ ਤੋਂ ਦੁੱਖ ਦੀ ਗੱਲ ਇਹੀ ਹੈ ਕਿ ਜੇ ਅਸੀਂ ਇਹ ਜਿਹੜੀ ਇੰਡੀਕੇਸ਼ਨ ਆ ਜੋ ਰਿਆੜ ਸਾਹਿਬ ਆ ਆਪਾਂ ਉਹਨਾਂ ਤੇ ਕੋਈ ਹੋਰ ਲਾਂਛਨ ਲਾਉਣ ਲਈ ਜਾਂ ਹੋਰ ਕਿਸੇ ਕਿਸਮ ਦਾ ਆਪਾਂ ਕਾਊਂਟਰ ਕਰਕੇ ਉਹਨਾਂ ਨੂੰ ਹੋਰ ਜੋ ਉਹਨਾਂ ਨੇ ਕਿਹਾ ਆਪਾਂ ਵੀ ਉਹਦੇ ਨਾਲ ਵੱਡਾ ਕੋਈ ਹੋਰ ਗੋਲਾ ਦਾਗ ਦਈਏ ਉਹਦਾ ਕੋਈ ਅਰਥ ਨਹੀਂ ਹੈ ਅਰਥ ਇਹ ਹੈ ਕਿ ਆਪਾਂ ਉਹਦੇ ਚੋਂ ਸਕਾਰਾਤਮਕ ਜਿਹੜੇ ਪੋਜ਼ਿਟਿਵ ਚੀਜ਼ਾਂ ਜਿਹੜੀਆਂ ਉਹ ਕਿਵੇਂ ਦੇਖੀਏ ਇਸ ਲਈ ਇਹ ਜ਼ਰੂਰੀ ਹੈਗਾ ਆ ਕਿ ਆਪਾਂ ਜੋ ਵੀ ਉਹਨਾਂ ਨੇ ਕਿਹਾ ਪਹਿਲਾਂ ਤੇ ਉਸ ਨੂੰ ਉਸੇ ਦਰਦ ਨੂੰ ਉਹਨਾਂ ਦੇ ਨੂੰ ਸਮਝ ਕੇ ਕਿ ਉਹ ਸਿੱਖ ਮੈਂ ਇੱਕ ਸਿੰਬਲ ਦੇ ਤੌਰ ਤੇ ਕਰ ਰਿਹਾ ਰਿਆੜ ਸਾਹਿਬ ਮੇਰੇ ਲਈ ਇੰਪੋਰਟੈਂਟ ਨਹੀਂ ਹੈ ਕੋਈ ਆਪਾਂ ਕੋਈ ਇਸ ਤਰ੍ਹਾਂ ਨਹੀਂ ਹੈਗਾ ਮੈਂ ਕਹਿੰਦਾ ਕਿ ਇੱਕ ਵੱਡੀ ਕੈਟੇਗਰੀ ਆਪਾਂ ਜੀ ਆਪਾਂ ਡਿਸਕਸ਼ਨ ਕਰ ਰਹੇ ਹਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਮੁੱਦਿਆਂ ਨੂੰ ਲੈ ਕੇ ਐਸਜੀਪੀਸੀ ਦੇ ਪ੍ਰਬੰਧਾਂ ਨੂੰ ਲੈ ਕੇ ਆਪਾਂ ਵਿਅਕਤੀ ਵਿਸ਼ੇਸ਼ ਤੇ ਕਿਸੇ ਦੇ ਇੰਡੀਵਿਜੂਅਲ ਵਿਅਕਤੀ ਦੇ ਡਿਸਕਸ਼ਨ ਨਹੀਂ ਕਰ ਰਹੇ ਬਿਲਕੁਲ ਨਹੀਂ ਪਰ ਉਹਨਾਂ ਨੇ ਜੋ ਕੀਤਾ ਮੇਰਾ ਇੰਨਾ ਹੀ ਕਹਿਣ ਦਾ ਹੈ ਕਿ ਉਸ ਦਰਦ ਨੂੰ ਸਮਝ ਕੇ ਉਹ ਵੀ ਇੱਕ ਆਵਾਜ਼ ਜਿਹੜੀ ਜਗ੍ਹਾ ਆਵਾਜ਼ ਉੱਠਦੀ ਆ ਉਹਨੂੰ ਸਮਝਣ ਦੀ ਲੋੜ ਆ ਔਰ ਉਸ ਦਾ ਕੋਈ ਸਮਾਧਾਨ ਕਰਨ ਦੀ ਲੋੜ ਹੈ ਰਹੀ ਗੱਲ ਅਕਾਲ ਤਖਤ ਦੇ ਜਥੇਦਾਰ ਬਾਰੇ ਮੈਂ ਜਿੰਨਾ ਕੁ ਜਾਣਦਾ ਆ ਪੁਰਾਣੇ ਜਥੇਦਾਰਾਂ ਦੇ ਮੁਕਾਬਲੇ ਹੋਣ ਵਾਲੇ ਜਥੇਦਾਰ ਬਹੁਤ ਧੜੱਲੇ ਨਾਲ ਬੜੇ ਚੰਗੇ ਬਿਆਨ ਉਹਨਾਂ ਨੇ ਦਿੱਤੇ ਆ ਉਹਨਾਂ ਨੇ ਜਿਹੜੀ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਉਹਦੇ ਵਿਰੁੱਧ ਬਿਆਨ ਦਿੱਤਾ ਉਹਨਾਂ ਨੇ ਜਾ ਕੇ ਕਰਤਾਰਪੁਰ ਦੀ ਧਰਤੀ ਤੋਂ ਵੀ ਤੁਹਾਨੂੰ ਯਾਦ ਹੈ ਕਿ ਕਸ਼ਮੀਰੀਆਂ ਦੇ ਹੱਕ 'ਚ ਬਿਆਨ ਦਿੱਤਾ ਕਿਹਾ ਕਿ ਤੁਹਾਡਾ ਦਰਦ ਸਾਡਾ ਦਰਦ ਹੈ ਜੇ ਤੁਹਾਡੇ ਨਾਲ ਧੱਕਾ ਹੋਊਗਾ ਤੇ ਅਸੀਂ ਤੁਹਾਡੇ ਨਾਲ ਖੜੇ ਹੋਵਾਂਗੇ ਇਹ ਛੋਟੀਆਂ ਗੱਲਾਂ ਨਹੀਂ ਅੱਜ ਦੇ ਮਾਹੌਲ 'ਚ ਮੈਂ ਇਸ ਕਰਕੇ ਉਹਨਾਂ ਦਾ ਬਹੁਤ ਆਦਰ ਕਰਦਾ ਕਿ ਉਹ ਦੂਜਿਆਂ ਨਾਲੋਂ ਬਿਲਕੁਲ ਅਲੱਗ ਕਿਸਮ ਦੇ ਸਾਡੇ ਅਕਾਲ ਤਖਤ ਦੇ ਜਥੇਦਾਰ ਹੈਗੇ ਆ ਪਰ ਜਿਹੜੇ ਫੈਸਲੇ ਹੁਣ ਕੀਤੇ ਗਏ ਮੈਨੂੰ ਇਹ ਲੱਗਦਾ ਆ ਕਿ ਫਾਰ ਇੰਸਟੈਂਸ ਹੁਣ ਉਹਨਾਂ ਨੇ ਆਪ ਹੀ ਬਿਆਨ ਦਿੱਤਾ ਸੀਗਾ ਕਿ ਜਿਹੜੀ ਸਤਕਾਰ ਕਮੇਟੀ ਆ ਉਹ ਲੋਕਾਂ ਦੇ ਘਰਾਂ ਦੇ ਅੰਦਰੋਂ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਨੂੰ ਜ਼ਬਰਦਸਤੀ ਧੱਕੇ ਨਾਲ ਰਹਿਤ ਮਰਿਆਦਾ ਤੋਂ
ਭੰਗ ਹੋਣ ਦੇ ਬਹਾਨੇ ਚੁੱਕ ਕੇ ਲਿਜਾ ਰਹੀਆਂ ਆ। ਹੁਣ ਇਸ ਗੱਲ ਦਾ ਮਤਾ ਇੱਥੇ ਕਿਉਂ ਨਹੀਂ ਸੀ ਆਉਣਾ ਚਾਹੀਦਾ? ਉਹਨਾਂ ਬੰਦਿਆਂ ਨੂੰ ਵੀ ਲਾਈਨ ਹਾਜ਼ਰ ਕਰਨਾ ਚਾਹੀਦਾ ਸੀ। ਤੁਸੀਂ ਆਪਾਂ ਸਿਲੈਕਟਿਵ ਕਿਉਂ ਆ? ਮੇਰਾ ਮਤਲਬ ਇੰਨਾ ਹੀ ਹੈ। ਜਿਹੜੀ ਗੱਲ ਆਪਣਾ ਕੋ ਹੋਰ ਸਾਹਮਣੇ ਆਉਂਦੀ ਹੈ ਉਹਨਾਂ ਸਾਰੀਆਂ ਨੂੰ ਇਹ ਸਾਹਮਣੇ ਰੱਖ ਕੇ ਉਹ ਵੀ ਆਉਣੀਆਂ ਚਾਹੀਦੀਆਂ ਸੀ। ਜਿਹੜੇ ਆਪਾਂ ਇੰਜ ਸਿਲੈਕਟਿਵ ਨਾ ਹੋ ਕੇ ਜਿਸ ਤਰ੍ਹਾਂ ਉਹਦੇ 'ਚ ਤੁਹਾਨੂੰ ਫਿਰ ਪੋਲਿਟਿਕਸ ਲੱਗਦੀ ਹੈ, ਕਿਉਂਕਿ ਇਹ ਜਿਹੜੀ ਸਰਵ ਪ੍ਰਮਾਣਤਾ ਜਿਹੜੀ ਪ੍ਰਮਾਣਤਾ ਆ ਉਹ ਤਾਂ ਹੀ ਹੁੰਦੀ ਹੈ ਸਿੱਧੂ ਸਾਹਿਬ ਜੇ ਲੋਕਾਂ ਨੂੰ ਲੱਗੇ ਵੀ ਕੱਲਾ ਸੱਚ ਬੋਲਣਾ ਹੀ ਜ਼ਰੂਰੀ ਨਹੀਂ, ਉਹ ਸੱਚ ਲੱਗਣਾ ਵੀ ਚਾਹੀਦਾ ਕਿ ਸੱਚ ਬੋਲਿਆ ਗਿਆ ਲੋਕਾਂ ਨੂੰ। ਤੇ ਇਸ ਵੇਲੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਸਾਡੇ ਅੰਦਰ ਬਹੁਤ ਸਾਰੇ ਨਵੇਂ ਸਵਾਲ ਸਾਡੀ ਸੰਸਥਾ ਦੇ ਅੰਦਰ, ਸਾਡੇ ਪੋਲਿਟਿਕਸ ਦੇ ਅੰਦਰ ਸਾਰੀ ਜਗ੍ਹਾ ਹੈਗੇ ਆ, ਪਰ ਉਸ ਨੂੰ ਢੱਕਣ ਦੀ ਜਗ੍ਹਾ, ਧਮਕੀਆਂ ਦੇਣ ਦੀ ਜਗ੍ਹਾ, ਠਾਣੇਦਾਰੀ ਕਰਨ ਦੀ ਜਗ੍ਹਾ ਖੁੱਲੇ ਮਨ ਦੇ ਨਾਲ, ਵਿਸ਼ਾਲ ਮਨ ਦੇ ਨਾਲ ਡਿਸਕਸ਼ਨ 'ਚ ਲਿਆਉਣਾ ਚਾਹੀਦਾ, ਉਹਨਾਂ ਕਮੀਆਂ ਨੂੰ ਦੂਰ ਕਰਨਾ ਚਾਹੀਦਾ। ਜੀ ਓਕੇ, ਥੈਂਕ ਯੂ ਵੈਰੀ ਮਚ। ਗਰੇਵਾਲ ਸਾਹਿਬ, ਤੁਸੀਂ ਰਿਆੜ ਸਾਹਿਬ ਦੇ ਕਮੈਂਟਸ ਵੀ ਸੁਣੇ ਆ, ਮੇਰੀ ਤੁਹਾਨੂੰ ਵੀ ਬੇਨਤੀ ਹੈ ਕਮੇਟੀ ਨੂੰ ਵੀ ਸੱਦ ਲੈਂਦੇ ਤੇ ਕੋਈ ਮਾੜੀ ਗੱਲ ਸੀਗੀ? ਦੋਵਾਂ ਨੂੰ ਸੱਦ ਕੇ ਉਹਨਾਂ ਨੂੰ ਸਮਝਾ ਦਿੰਦੇ, ਉਹਨਾਂ ਦਾ ਸਰੂਪ ਵਾਪਸ ਕਰਾ ਦਿੰਦੇ। ਇਹਦੇ ਦਾਦਾਗਿਰੀ ਆ ਨਾ, ਇੱਕ ਨੂੰ ਸੱਦਣਾ ਨਹੀਂ, ਦੂਜੇ ਉੱਤੇ ਜਿਹੜਾ ਹੈਗਾ ਆਪਣਾ ਹੁਕਮ ਥੋਪ ਦੇਣਾ। ਸਤਕਾਰ ਕਮੇਟੀ ਦੇ ਕੋਈ ਆਪਣਾ ਸਤਕਾਰ ਕੰਮ ਕਰ ਰਹੇ ਨੇ ਉਹ। ਓਕੇ, ਤੁਹਾਡਾ ਵਿਊ ਪੁਆਇੰਟ ਆ ਗਿਆ। ਗਰੇਵਾਲ ਸਾਹਿਬ ਜੀ, ਗਰੇਵਾਲ ਸਾਹਿਬ ਜਿਹੜੇ ਰਿਆੜ ਸਾਹਿਬ ਨੇ ਇਸ਼ੂ ਲਿਆਂਦੇ ਹੈਗੇ ਆ, ਆਪਾਂ ਗੱਲ ਕਰਦੇ ਹਾਂ ਸੰਸਥਾਵਾਂ ਦੀ, ਸਿੱਖ ਸੰਸਥਾਵਾਂ ਨੂੰ ਲੈ ਕੇ ਜਿਹੜੇ ਸਵਾਲ ਉੱਠ ਰਹੇ ਆ, ਉਹਨਾਂ ਦੇ ਪ੍ਰਬੰਧਾਂ ਨੂੰ ਲੈ ਕੇ ਉੱਠ ਰਹੇ ਆ, ਉਹਨਾਂ ਮੁੱਦਿਆਂ ਤੇ ਆਪਾਂ ਚਰਚਾ ਕਰੀਏ। ਮੇਰੀ ਬੇਨਤੀ ਹੈ ਕਿ ਆਪਾਂ ਜਿਹੜੇ ਵਿਅਕਤੀ ਵਿਸ਼ੇਸ਼ ਦੇ ਜਿਹੜੇ ਐਲੀਗੇਸ਼ਨਸ ਆ ਇੱਕ ਦੂਜੇ 'ਚ, ਉਹਨਾਂ 'ਚ ਜਾ ਕੇ ਆਪਾਂ ਜਿਹੜਾ ਰੀਅਲ ਇਸ਼ੂ ਹੈ, ਅਸਲ ਮੁੱਦਾ ਬਹੁਤ ਵੱਡਾ ਹੈ, ਉਹਦੇ ਤੋਂ ਪਾਸੇ ਨਾ ਜਾਈਏ। ਸਿੱਧੂ ਸਾਹਿਬ ਬਿਲਕੁਲ ਠੀਕ ਹੈ, ਮੈਂ ਵੀ ਪਹਿਲਾਂ ਇਹੋ ਗੱਲ ਕੀਤੀ ਸੀ, ਪਰ ਰਿਆੜ ਸਾਹਿਬ ਦਾ ਦੇਖੋ ਸਾਰੀ ਜਿੰਨੀ ਗੱਲ ਹੋਈ ਆ ਉਸ ਦੇ ਵਿੱਚ ਇੱਕ ਗੱਲ ਸਾਹਮਣੇ ਆਉਂਦੀ ਆ ਕਿ ਰਿਆੜ ਸਾਹਿਬ ਦਾ ਨਿੱਜੀ ਤੌਰ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਕੋਈ ਗਿਲਾ ਹੋ ਸਕਦਾ, ਇਹੋ ਜੀ ਕੋਈ ਗੱਲ ਨਹੀਂ, ਹੋਏਗਾ, ਜਾਇਜ਼ ਵੀ ਹੋਏਗਾ, ਪਰ ਅੱਜ ਦਾ ਵਿਸ਼ਾ ਨਹੀਂ ਹੈ। ਪਰ ਮੈਂ ਇਹ ਵੀ ਗੱਲ ਕਹਿਣੀ ਚਾਹੁੰਦਾ ਕਿ ਇਹ ਹਮ ਉਮਰ ਨੇ, ਬਾਦਲ ਸਾਹਿਬ ਦੇ ਨਾਲ ਬਹੁਤ ਲੰਬਾ ਸਮਾਂ ਕੱਟਿਆ, ਇਹਨਾਂ ਦੇ ਆਪਸੀ ਗਿਲੇ ਸ਼ਿਕਵੇ ਹੋਣਗੇ, ਬੈਠ ਕੇ ਕਰਨ, ਜੇ ਜੀ ਸਾਹਿਬ ਕੇ ਇਦੋਂ ਵੀ ਵੱਡੀ ਗੱਲ ਕਰਨ, ਮੈਨੂੰ ਕੋਈ ਇਤਰਾਜ਼ ਹੀ ਨਹੀਂ। ਪਰ ਅੱਜ ਦਾ ਜਿਹੜਾ ਵਿਸ਼ਾ ਵਾ ਉਹ ਮੈਂ ਤਾਂ ਕਹਿ ਰਿਹਾ ਸੀਗਾ ਕਿ ਇਸ ਮਸਲੇ ਨੂੰ ਰਗੜ ਨਾ ਕਰੋ। ਤੁਹਾਨੂੰ ਹੋ ਸਕਦਾ ਤੁਹਾਡੇ ਦਰਦ ਨੂੰ ਤੁਹਾਡੇ ਵੀ ਮੈਂ ਸਮਝ ਇਸ ਗੱਲ ਲਈ ਤੁਹਾਡੀ ਵਕਾਲਤ ਵੀ ਮੈਂ ਕਰ ਸਕਦਾ ਹਾਂ, ਕਿਉਂਕਿ ਗੱਲਾਂ ਹੋਣਗੀਆਂ ਜਿਹਦੇ 'ਚ ਤੁਸੀਂ ਬੜੇ ਥਾਵਾਂ ਤੇ ਠੀਕ ਹੋਗੇ, ਪਰ ਅੱਜ ਦੇ ਮੁੱਦੇ ਦੇ ਵਿੱਚ ਨਾਲ ਨਾ ਜੋੜਿਆ, ਕਿਉਂਕਿ ਅੱਜ ਦੇ ਮੁੱਦੇ 'ਚ ਅਕਾਲੀ ਦਲ ਜਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਕੋਈ ਨਹੀਂ ਸੰਬੰਧ ਹੈ। ਮੈਂ ਇਸੇ ਜ਼ਿਕਰ ਥੋੜਾ ਜਿਹਾ ਕਰਨਾ ਚਾਹੁੰਦਾ ਜੀ, ਧੰਨਵਾਦ ਕਿ ਬਹੁਤ ਸੋਹਣੀਆਂ ਗੱਲਾਂ ਪ੍ਰੋਫੈਸਰ ਮਨਜੀਤ ਸਿੰਘ ਹੋਣਾ ਨੇ ਜ਼ਿਕਰ ਕੀਤਾ, ਜਿਹੜੀਆਂ ਕਿ ਇੱਕ ਵਿਦਵਾਨ ਤੇ ਬੁੱਧੀਮਾਨ ਪੁਰਸ਼ ਤੇ ਗਿਆਨਵਾਨ ਪੁਰਸ਼ ਤੋਂ ਕਹਿਣੀਆਂ ਚਾਹੀਦੀਆਂ। ਜਿਹੜੀ ਇਹਨਾਂ ਨੇ ਗੱਲ ਕੀਤੀ ਸੀ ਪਹਿਲਾਂ, ਮੈਂ ਉਸ ਗੱਲ ਦੇ ਬਾਰੇ ਥੋੜਾ ਜ਼ਿਕਰ ਕਰਦੇ ਹਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਜ਼ਿਕਰ ਹੋਇਆ ਕਿ 120 ਦੇਸ਼ਾਂ ਦੇ ਵਿੱਚ ਸਾਡੇ ਗੁਰਦੁਆਰਾ ਸਾਹਿਬਾਨ ਨੇ, ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਤੇ ਉੱਥੇ ਜ਼ਰੂਰਤ ਹੈ। ਵੇਖੋ, ਅਸੀਂ ਵੀ ਇਹ ਗੱਲ ਸਮਝਦੇ ਹਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਹ ਗੱਲ ਸਮਝਦੀ ਆ, ਪਰ ਇਸ ਗੱਲ ਦਾ ਕੌਣ ਜ਼ਿੰਮੇਵਾਰੀ ਲਏਗਾ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਕੰਨਾਂ ਲੱਗ ਮਾਤਰ ਬਦਲਣ ਦਾ ਕਿਸੇ ਬੰਦੇ ਕੋਲ ਕੋਈ ਅਧਿਕਾਰ ਨਹੀਂ। ਉਸ ਦੇ ਵਿੱਚ ਜੇ ਕੋਈ ਸੰਸਥਾ ਇੰਨੀ ਪ੍ਰਮਾਣਿਤ ਹੈ ਤਾਂ ਉਹਦੇ ਬਾਰੇ ਕੀਤਾ ਜਾ ਸਕਦਾ, ਪਰ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਚੁਣੀ ਹੋਈ ਸੰਸਥਾ, ਸਾਰੇ ਸਿੱਖ ਲੋਕ ਵੋਟ ਪਾਉਂਦੇ ਨੇ, ਬੁਰਾ ਸਾਹਿਬ ਨੇ ਵੋਟ ਪਾਈ ਹੋਣੀ ਆ, ਰਿਆੜ ਸਾਹਿਬ ਨੇ ਵੋਟ ਪਾਈ ਹੋਣੀ ਆ, ਸਿੱਧੂ ਸਾਹਿਬ ਤੁਸੀਂ ਪਾਈ ਹੋਣੀ ਆ, ਉਹਨਾਂ ਨੇ ਚੁਣ ਕੇ ਭੇਜਿਆ ਤਾਂ ਉਹ ਪ੍ਰਬੰਧ ਕਰ ਰਹੀ ਆ। ਇਹ ਕਿਸੇ ਦੇ ਸਰਕਾਰ ਨੇ ਥੋਪੀ ਨਹੀਂ ਹੈ। ਆਉਣ ਵਾਲੇ ਸਮੇਂ ਦੇ ਅੰਦਰ ਸਮਾਂ ਆ ਜਾਣਾ, ਇਲੈਕਸ਼ਨ ਆ ਜਾਣੀ ਹੈ, ਸਾਲ ਨੂੰ ਆ ਜੇ, 6 ਮਹੀਨਿਆਂ ਨੂੰ ਆ ਜੇ, ਨਵਾਂ ਨਿਜ਼ਾਮ ਆਏਗਾ। ਉਹ ਇੱਕ ਬੜੀ ਚੰਗੀ ਇੱਕ ਸੰਸਥਾ ਵਾ। ਸੋ ਉਹ ਸੰਸਥਾ ਇਹ ਜ਼ਿੰਮੇਵਾਰੀ ਚੱਕਦੀ ਆ ਕਿ ਕੋਈ ਵਿਅਕਤੀ, ਅੱਜ ਸਾਡੇ ਇਤਿਹਾਸ ਦੇ ਵਿੱਚ ਵਿਗਾੜਨ ਦੀ ਗੱਲ ਕੀਤੀ ਹੈ, ਜਿਹੜੀ ਗੱਲ ਚੁੱਕੀ ਗਈ ਆ, ਮੈਂ ਸਹਿਮਤ ਹਾਂ ਉਸ ਗੱਲ ਨਾਲ ਕਿ ਸਿੱਖਾਂ ਨੂੰ ਹਿੰਦੂ ਨਸ਼ਰ ਕਰਨ ਦੀ ਗੱਲ ਕੀਤੀ ਹੈ, ਇਹ ਮਿਲਾਵਟ ਹੈ ਨਾ। ਜੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਕਿਸੇ ਤਰ੍ਹਾਂ ਦੀ ਕੋਈ ਮਿਲਾਵਟ ਹੋ ਜਾਂਦੀ ਆ ਤਾਂ ਵੇਖੋ ਫਿਰ ਉਹਦਾ ਜ਼ਿੰਮੇਵਾਰ ਕੌਣ ਹੈ? ਫਿਰ ਵੀ ਉਂਗਲ ਜਿਹੜੀ ਆ ਉਹ ਜੀ ਗਰੇਵਾਲ ਜੀ, ਦੂਸਰੀ ਬਹੁਤ ਜ਼ਰੂਰੀ ਗੱਲ ਆ ਤੁਹਾਡੇ ਗਰੇਵਾਲ ਸਾਹਿਬ ਸੰਗਤਾਂ ਨੂੰ ਦੱਸਣੀ ਚਾਹੁੰਦਾ, ਭਾਵੇਂ ਮੈਂ ਅਕਾਲ ਤਖਤ ਸਾਹਿਬ ਦਾ ਜਥੇਦਾਰ ਸਾਹਿਬ ਦਾ ਬੁਲਾਰਾ ਨਹੀਂ ਹੈ, ਇੱਕ ਆਮ ਸਿੱਖ ਦੇ ਨਾਲ ਗਰੇਵਾਲ ਜੀ ਚਾਹੁੰਦਾ ਗਰੇਵਾਲ ਜੀ ਮੰਨਦੇ ਅੰਦਰ ਕਿ ਉੱਥੇ ਥਾਣੇਦਾਰੀ ਦੇ ਫੈਸਲੇ ਹੋਏ ਨੇ। ਦੇਖੋ, ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਨਾਲ ਕੋਈ ਲੜਾਈ ਨਹੀਂ, ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਕੋਈ ਮਸਲਾ ਨਹੀਂ। ਬਹੁਤ ਲੰਬਾ ਸਮਾਂ ਸੰਵਾਦ ਕਰਨ ਵਾਸਤੇ ਬੇਨਤੀ ਕੀਤੀ ਗਈ, ਕਮੇਟੀ ਨੇ ਇੱਕ ਵਾਰ ਨਹੀਂ 4 ਵਾਰ ਇਹ ਗੱਲ ਕਹੀ, ਇੱਥੋਂ ਅਖੀਰ ਤੱਕ ਇੱਥੋਂ ਵੀ ਕਹਿ ਦਿੱਤਾ ਗਿਆ ਕਿ ਜਿੱਥੇ ਤੁਸੀਂ ਕਹੋਗੇ ਉੱਥੇ ਆ ਕੇ ਗੱਲਬਾਤ ਕਰਨ ਨੂੰ ਤਿਆਰ ਹੈ। ਸੰਗਤ ਦੇ ਅੰਦਰ ਜੇ ਕੋਈ ਕਿਸੇ ਤਰ੍ਹਾਂ ਦੀ ਸ਼ੰਕਾ, ਉਹ ਸ਼ੰਕਾ ਨੂੰ ਪੂਰਾ ਕਰ ਦੇਣਾ ਚਾਹੀਦਾ। ਜੇ ਉਹ ਸ਼ੰਕਾ ਕਾਹਦੀ ਆ? ਸਭ ਤੋਂ ਪਹਿਲੀ ਚੁਣੌਤੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਂਦ ਦੇ ਪ੍ਰਤੀ ਆ, ਬਾਣੀ ਦੇ ਪ੍ਰਤੀ ਆ, ਇਤਿਹਾਸ ਦੇ ਪ੍ਰਤੀ। ਇਹਨਾਂ ਦੇ ਨਾਲ ਦੇ ਸਾਥੀ ਜਿਹੜੇ ਆ ਗੁਰੂ ਨਾਨਕ ਸਾਹਿਬ ਦੇ ਬਾਰੇ ਬਹੁਤ ਮਾੜੀ ਭਾਸ਼ਾ ਵਰਤਦੇ ਆ।
ਮੈਂ ਤਾਂ ਇਹ ਗੱਲ ਕਰਦਾ ਕਿ ਇਸ ਗੱਲ ਕਰਕੇ ਉਹਨਾਂ ਨੇ ਕਿਹਾ ਸੀ ਕਿ ਇਹਦੇ 'ਤੇ ਵਿਚਾਰ ਕੀਤਾ ਜਾਵੇ। ਪਰ ਮੈਂ ਦੂਜੀ ਗੱਲ ਕੀਤੀ, ਉਹਨਾਂ ਨੇ ਜਿਹੜੇ ਫੈਸਲੇ ਕੀਤੇ ਨੇ ਕਿੰਤੂ ਆ ਕਈ ਲੋਕਾਂ ਨੂੰ ਕਿ ਉਹਨਾਂ ਦਾ ਕਿਹਾ ਗਿਆ ਕਿ ਉਹ ਪ੍ਰੋਗਰਾਮ ਨਾ ਕਰਨ, ਜੇ ਕੋਈ ਪ੍ਰੋਗਰਾਮ ਕਰੇਗਾ ਤਾਂ ਉਹਦਾ ਜ਼ਿੰਮੇਵਾਰ ਉਹ ਹੋਏਗਾ। ਮੈਂ ਇਹਨੂੰ ਸਪਸ਼ਟ ਕਰ ਦੇਣੀ ਚਾਹੁੰਦਾ, ਇਸ ਗੱਲ ਦੇ ਵਿੱਚ ਮਨਸ਼ਾ ਜਿਹੜੀ ਆ ਬੜੀ ਗੰਭੀਰ ਗੱਲ ਹੈ ਜੀ। ਸਿੱਧੂ ਸਾਹਿਬ, ਰਿਆੜ ਸਾਹਿਬ, ਤੁਸੀਂ ਕਿਰਪਾ ਕਰਕੇ ਸਮਝਣ ਦੀ ਕੋਸ਼ਿਸ਼ ਕਰਨੀ। ਪ੍ਰੈਸ ਸਾਹਿਬ ਨੂੰ ਤਾਂ ਮੈਂ ਅੱਗੇ ਵੀ ਇਸ ਗੱਲ ਬਾਰੇ ਜ਼ਿਕਰ ਕੀਤਾ ਸੀ ਕਿ ਪਿਛਲੇ ਸਮੇਂ ਦੇ ਵਿੱਚ ਅਕਾਲ ਤਖਤ ਸਾਹਿਬ ਵੱਲੋਂ ਕੋਈ ਫਰਮਾਨ ਜਾਰੀ ਨਹੀਂ ਸੀ ਹੋਇਆ, ਪਰ ਫਿਰ ਵੀ ਉਹਨਾਂ ਦੇ ਦੀਵਾਨਾਂ ਨੂੰ ਰੋਕਣ ਵਾਸਤੇ ਕਈ ਸੰਸਥਾਵਾਂ ਨੇ ਉਹਨਾਂ ਦੇ ਵਿੱਚ ਕਾਰਵਾਈ ਕੀਤੀ, ਸਰਕਾਰਾਂ ਨੇ ਰੋਕੀ, ਉੱਥੇ ਖਲਲ ਪਿਆ। ਦੇਖੋ, ਕੋਈ ਵੀ ਧਾਰਮਿਕ ਸਮਾਗਮ ਹੈ ਜਿੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਉੱਥੇ ਕਿਸੇ ਤਰ੍ਹਾਂ ਦਾ ਖਲਲ ਪੈਂਦਾ, ਪੱਗਾਂ ਲੈਂਦੀਆਂ, ਤਾਂ ਉਹ ਸਾਡੀ ਸਿੱਖ ਕੌਮ ਦੀ ਇਸ ਗੱਲ ਲਈ ਬਦਨਾਮੀ ਹੁੰਦੀ ਆ। ਸੋ ਸਿੱਖ ਸਾਹਿਬ ਨੇ ਇਹ ਕਿਹਾ ਕਿ ਜਿੰਨੀ ਇਹ ਮਸਲਾ ਬੈਠ ਕੇ ਨਿਬੜਦਾ ਨਹੀਂ, ਉਨੀ ਦੇਰ ਤੱਕ ਇਹ ਪ੍ਰੋਗਰਾਮ ਨਾ ਕੀਤੇ ਜਾਣ, ਕਿਉਂਕਿ ਇਹਨਾਂ ਨੂੰ ਫਿਰ ਮੌਕਾ ਦੀ ਗੱਲ ਨਹੀਂ ਹੈ। ਫਿਰ ਵੀ ਸਿੰਘ ਸਾਹਿਬ ਨੇ ਕਿਹਾ ਕਿ ਇਸ ਬਾਰੇ ਗਰੇਵਾਲ ਸਾਹਿਬ ਇੱਕ ਸਵਾਲ ਅਸੀਂ ਕਰਾਂਗੇ। ਮੈਂ ਗਰੇਵਾਲ ਸਾਹਿਬ ਇੱਕ ਸਵਾਲ ਗਰੇਵਾਲ ਜੀ ਇੱਕ ਸਵਾਲ ਗਰੇਵਾਲ ਸਾਹਿਬ ਇੱਕ ਸਵਾਲ ਗਰੇਵਾਲ ਸਾਹਿਬ ਜੀ ਗਰੇਵਾਲ ਜੀ ਤੁਹਾਡੀ ਗੱਲ ਆ ਗਈ। ਗਰੇਵਾਲ ਜੀ ਇੱਕ ਸਵਾਲ, ਮੈਂ ਸਮਾਂ ਨਹੀਂ ਹੈ, ਇੱਕ ਸਵਾਲ ਜ਼ਰੂਰ ਲੈਣਾ ਚਾਹਾਂਗਾ। ਆਪਾਂ ਸਿੱਖ ਜਥੇਬੰਦੀਆਂ ਦੀ ਗੱਲ ਕੀਤੀ ਹੈ, ਕੱਲ੍ਹ ਹੀ ਕੁਝ ਸਿੱਖ ਜਥੇਬੰਦੀਆਂ ਨੇ ਇਸ ਗੱਲ ਦੇ ਉੱਤੇ ਪ੍ਰੋਟੈਸਟ ਕੀਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਘਟੇ ਹੈ ਉਹਨਾਂ ਲਈ ਕੇਵਲ ਸੁਪਰਡੈਂਟ ਜਾਂ ਹੇਠਲੇ ਕਲਰਕ ਨੂੰ ਜ਼ਿੰਮੇਵਾਰ ਨਾ ਠਹਿਰਾਇਆ ਜਾਵੇ। ਜਿਹੜੇ ਉਹਨਾਂ ਸਮਿਆਂ ਦੇ ਪ੍ਰਧਾਨ ਰਹੇ ਆ, ਸਕੱਤਰ ਰਹੇ ਆ, ਉਹਨਾਂ ਨੂੰ ਵੀ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਜਾਏ। ਇਹ ਸਵਾਲ ਵੀ ਬਹੁਤ ਵੱਡਾ ਹੈ ਗਰੇਵਾਲ ਸਾਹਿਬ, ਇਹ ਢੱਡਰੀਆਂ ਵਾਲੇ ਦਾ ਸਵਾਲ ਨਹੀਂ, ਨਾ ਹੀ ਰਿਆੜ ਸਾਹਿਬ ਦਾ ਸਵਾਲ ਹੈ, ਇਹ ਬਾਹਰੋਂ ਜਿਹੜੀਆਂ ਸਿੱਖ ਜਥੇਬੰਦੀਆਂ ਵਿਰੋਧ ਕਰ ਰਹੀਆਂ, ਦੂਜੀਆਂ ਨਹੀਂ ਕੀਤਾ, ਉਹਨਾਂ ਦਾ ਸਵਾਲ ਹੈ। ਜੀ ਗਰੇਵਾਲ ਜੀ, ਮੈਂ ਇਹਦਾ ਜਵਾਬ ਦੇਖੋ ਜੀ, ਇਸ ਗੱਲ ਦੇ ਵਿੱਚ ਕਿ ਜ਼ਿੰਮੇਵਾਰੀ ਸੁਪਰਡੈਂਟ ਤੱਕ ਨਾ ਸੀਮਤ ਰੱਖੀ ਜਾਏ। ਮੈਂ ਜੱਟ ਤੌਰ ਤੇ ਦੱਸਣਾ ਚਾਹੁੰਦਾ ਕਿ ਜੇ ਕੋਈ ਵੀ ਦੋਸ਼ੀ ਪਾਇਆ ਜਾਂਦਾ ਉਹ ਆਪਣੇ ਦੋਸ਼ ਨੂੰ ਮੰਨੇ, ਜੇ ਨਹੀਂ ਵੀ ਪਾਇਆ ਜਾਂਦਾ ਤੇ ਤਾਂ ਵੀ ਉਹ ਇਸ ਗੱਲ ਨੂੰ ਮੰਨੇ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਮਲੇ ਦੇ ਵਿੱਚ ਉਸ ਦੇ ਕਤਾਹੀ ਦੇ ਵਿੱਚ ਸ਼ਾਮਲ ਹੈ। ਇਹ ਸਿੰਘ ਸਾਹਿਬ ਨੇ ਕਲੀਅਰ ਕਰ ਦਿੱਤਾ ਕਿ ਉਸ ਮੌਕੇ ਦਾ ਜਿਹੜਾ ਚੀਫ ਸਕੱਤਰ ਹੈ ਕੌਣ ਹੈ, ਮੈਨੂੰ ਹਾਲੇ ਵੀ ਨਹੀਂ ਪਤਾ। ਦੂਸਰਾ, ਜਿਹੜੀ ਐਗਜ਼ੈਕਟਿਵ ਹੈ, ਕਿਉਂਕਿ ਐਗਜ਼ੈਕਟਿਵ ਦਾ ਇੱਕ ਫੈਸਲਾ ਹੁੰਦਾ, ਐਗਜ਼ੈਕਟਿਵ ਜ਼ਿੰਮੇਵਾਰ ਹੁੰਦੀ ਆ ਕਿ ਉਹ ਉਸ ਟਾਈਮ ਕੀ ਕਰ ਰਹੀ ਸੀ। ਉਹਨਾਂ ਸਾਰਿਆਂ ਨੂੰ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਤੇ ਦੇਖੋ ਕਿੰਨਾ ਗੁਰਦੁਆਰਾ ਪ੍ਰਬੰਧਕ, ਪਹਿਲਾਂ ਵੀ ਇਹ ਫੈਸਲੇ ਦਾ ਸਵਾਗਤ ਸਾਨੂੰ ਸਾਰਿਆਂ ਨੂੰ ਕਰਨਾ ਬਣਦਾ ਕਿ ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਨੇ ਅੱਜ ਦੀ ਨੇ ਸਿੰਘ ਗੁਰੂ ਗ੍ਰੰਥ ਸਾਹਿਬ ਦੇ ਮਸਲੇ ਨੂੰ ਅਕਾਲ ਤਖਤ ਸਾਹਿਬ ਤੇ ਭੇਜਿਆ ਵੀ ਤਾਂ ਕਿ ਕੱਲ ਨੂੰ ਅਸੀਂ ਇਸ ਕਿਸੇ ਗੱਲ ਨੂੰ ਅਸੀਂ ਕੋਈ ਛੋਟੀ ਕਰਦੇ ਆ, ਵੱਡੀ ਕਰਦੇ ਆ, ਦੋਸ਼ ਨਾ ਆਵੇ। ਗਰੇਵਾਲ ਸਾਹਿਬ ਬਿਲਕੁਲ, ਗਰੇਵਾਲ ਜੀ ਇਹ ਗੱਲ ਤਾਂ ਆ ਗਈ ਹੈ, ਇੱਕ ਸਾਰੇ ਇਹ ਗੱਲ ਤੁਹਾਡੀ ਆ ਗਈ ਹੈ, ਦੋਸ਼ ਪਾਏ ਜਾਣਗੇ ਕਿ ਕਿਹੜੇ ਲੋਕ ਜਿਹੜੇ ਆ ਉਹ ਇਸ ਗੱਲ ਦੇ ਵਿੱਚ ਸ਼ਾਮਲ ਨੇ, ਉਹਨਾਂ ਨੂੰ ਇਸ ਗੱਲ ਦੀ ਸਜ਼ਾ ਦਿੱਤੀ ਜਾਊਗੀ। ਆਉਣ ਵਾਲਾ ਸਮਾਂ ਜਿਹੜਾ ਵਾ ਉਹ ਇਸ ਗੱਲ ਦਾ ਜਵਾਬ ਦੇਗਾ। ਬੇਨਤੀ ਕਰਦੇ ਆ ਅਕਾਲ ਤਖਤ ਸਾਹਿਬ ਨੂੰ ਮਜ਼ਬੂਤ ਕਰਨ ਵਾਸਤੇ ਸਾਨੂੰ ਸਾਰਿਆਂ ਨੂੰ ਸਿੱਧੂ ਸਾਹਿਬ ਸੋਚ ਨਾਲ ਸਮਰਥਨ ਜ਼ਰੂਰ ਕਰਨਾ ਚਾਹੀਦਾ। ਅਕਾਲ ਤਖਤ ਨੂੰ ਮਜ਼ਬੂਤ ਕਰਦੇ ਆ ਤਾਂ ਫਿਰ ਇਹ ਚੁਣੌਤੀਆਂ ਦਾ ਮਸਲਾ ਹੱਲ ਵੀ ਹੋ ਸਕਦਾ। ਥੈਂਕ ਯੂ ਪ੍ਰੋਫੈਸਰ ਮਨਜੀਤ ਸਿੰਘ ਜੀ, ਤੁਸੀਂ ਕਾਫੀ ਕੋਸ਼ਿਸ਼ ਕਰ ਰਹੇ ਹੋ ਗੱਲ ਕਰਨ ਦੀ, ਸਮਾਂ ਨਹੀਂ ਆਪਣੇ ਕੋਲੇ, ਸੰਖੇਪ ਦੇ ਵਿੱਚ 2 ਲਾਈਨਾਂ 'ਚ ਆਪਣੀ ਗੱਲ ਪਲੀਜ਼। ਬਿਲਕੁਲ ਹੀ ਸੰਖੇਪ 'ਚ ਜਿਹੜੇ ਕਹਿ ਰਹੇ ਆ ਕਿ ਜੇ ਲਗਾ ਮਾਤਰਾ ਉਹਨਾਂ ਦੀ ਛਪਾਈ ਦੇ ਵਿੱਚ ਉੱਪਰ ਥੱਲੇ ਹੋ ਜਾਣ ਤੇ ਕੌਣ ਜ਼ਿੰਮੇਵਾਰ ਆ, ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਕਿ ਅੱਜ ਕੱਲ ਬਹੁਤ ਸਾਰੇ ਪੰਜਾਬੀ ਦੇ ਪੇਪਰ ਚੰਡੀਗੜ੍ਹ 'ਚ ਕੰਪੋਜ਼ ਹੁੰਦੇ ਆ, PDF ਬਣ ਕੇ ਜਾ ਕੇ ਅਮਰੀਕਾ, ਕੈਨੇਡਾ ਉਸੇ ਰੂਪ 'ਚ ਛਪਦੇ ਆ। ਸਰ ਉਹ ਕਹਿ ਰਹੇ ਪ੍ਰੈਸ ਉਹ ਕਹਿ ਰਹੇ ਕਿ ਚੰਡੀਗੜ੍ਹ ਦੇ ਪੇਪਰਾਂ ਨਾਲ ਦੀ ਤੁਲਨਾ ਨਹੀਂ ਕਰ ਸਕਦੇ। ਗੁਰੂ ਗ੍ਰੰਥ ਸਾਹਿਬ ਮੈਂ ਕਹਿੰਦਾ PDF ਓਹੋ ਗੱਲ ਨਹੀਂ ਸਮਝਦੇ ਤੁਸੀਂ। ਨਹੀਂ ਮੈਂ ਇਹ ਕਹਿੰਦਾ ਕਿ ਉਹਦੀ ਕੋਈ ਲਗਾ ਮਾਤਰਾ ਕਿਸੇ ਤਰੀਕੇ ਨਾਲ ਜਿਹੜਾ ਤੁਸੀਂ ਫਾਰਮੈਟ ਤੁਹਾਡੇ ਤੋਂ ਪ੍ਰਮਾਣਿਤ ਹੋਣਾ ਡਿਜੀਟਲ। ਜ਼ਿੰਮੇਵਾਰੀ ਕੌਣ ਤੈਅ ਕਰੂਗਾ? ਜ਼ਿੰਮੇਵਾਰੀ ਤਾਂ ਤੈਅ ਕਰੂਗਾ ਨਾ ਕੋਈ। ਅਰੇ ਹੱਦ ਹੋ ਗਈ, ਸ਼੍ਰੋਮਣੀ ਕਮੇਟੀ ਇੱਕ ਮਿੰਟ ਉਹਦੀ ਚੇਂਜ ਨਹੀਂ ਹੋ ਸਕਦੀ, ਕੋਈ ਫਾਰਮੈਟ ਬਣਨਾ ਨਹੀਂ ਚਾਹੁੰਦੀ ਕਿ ਸ਼੍ਰੋਮਣੀ ਕਮੇਟੀ ਇਸ ਗੱਲ ਨੂੰ ਬਣਨਾ ਨਹੀਂ ਚਾਹੁੰਦੀ। ਅਗਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਪ੍ਰਬੰਧ ਆ ਗਏ, ਅਸੀਂ ਇਸ ਗੱਲ ਲਈ ਸਹਿਮਤ ਹੋਵਾਂਗੇ। ਬਿਲਕੁਲ ਠੀਕ ਹੈ, ਚੰਗੀ ਗੱਲ ਹੈ। ਜਿਹੜੀ ਸੌਫਟ ਕਾਪੀ ਹੋ ਜਾਵੇ ਉਹਦੀ ਬਾਅਦ ਵਿੱਚ ਉਹਦੀ ਫੋਟੋ ਕਾਪੀ ਦੁਬਾਰਾ ਮੰਗਾ ਲਈ ਜਾਏ, ਉਹਦੇ 'ਚ ਕੋਈ ਹਰਜ ਨਹੀਂ। ਤੁਹਾਡਾ ਸੁਝਾਅ ਮੰਨ ਲਿਆ ਪ੍ਰੋਫੈਸਰ ਜੀ, ਤੁਹਾਡਾ ਸੁਝਾਅ ਮੰਨ ਲਿਆ ਗਿਆ ਪ੍ਰੋਫੈਸਰ, ਤੁਹਾਡੀ ਗੱਲ ਮੰਨ ਲਈ। ਹਾਂ, ਤੁਹਾਡੀ ਗੱਲ ਮੰਨ ਲਈ। ਥੈਂਕ ਯੂ ਵੈਰੀ ਮਚ ਜਿਹੜੀ ਸੀਗੀ ਜੀ, ਬਸ ਹੁਣ ਦੂਸਰੀ ਗੱਲ ਦਾ ਸਮਾਂ ਨਹੀਂ ਹੈ ਪ੍ਰੋਫੈਸਰ, ਸਮਾਂ ਨਹੀਂ ਹੈ। ਥੈਂਕ ਯੂ ਵੈਰੀ ਮਚ ਪ੍ਰੋਫੈਸਰ, ਆਈ ਐਮ ਸੌਰੀ ਕਿ ਸਮਾਂ ਨਹੀਂ ਹੈ, ਜਾ ਨਹੀਂ ਸਕੇਗੀ ਗੱਲ। 2 ਲਾਈਨਾਂ ਦੇ ਕਮੈਂਟਸ ਮੈਂ ਰਿਆੜ ਸਾਹਿਬ ਦੇ ਲੈਣਾ ਚਾਹੁੰਦਾ। ਰਿਆੜ ਸਾਹਿਬ, ਜੋ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਘਟੇ ਆ, ਤੁਸੀਂ ਸਮਝਦੇ ਇਹਨਾਂ ਮੁੱਦਿਆਂ ਤੇ ਉਸ ਵੇਲੇ ਦੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਹੈ, ਦੂਜੇ ਅਹੁਦੇਦਾਰ ਰਹੇ ਹੈ, ਉਹਨਾਂ ਦੀ ਵੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ। ਆਪਾਂ ਨਿੱਜੀ ਦੋਸ਼ਾਂ 'ਚ ਨਾ ਜਾਈਏ। ਮੈਂ ਇਸ ਮੁੱਦੇ ਤੇ ਤੁਹਾਡਾ ਜਵਾਬ ਚਾਹਾਂਗਾ 2 ਲਾਈਨਾਂ 'ਚ ਪਲੀਜ਼।
ਸਰ ਪਹਿਲਾਂ ਤੇ ਜਿਹੜਾ ਸਰੂਪ ਕਟੇ ਨੇ ਉਹਨਾਂ ਦੀ ਤੁਸੀਂ ਗੱਲ ਕੀਤੀ ਆ, ਉਹ ਤੁਸੀਂ ਜੋ ਕਿਹਾ ਉਹ ਬਿਲਕੁਲ ਵਾਜਬ ਹੈ। ਜਿਹੜਾ ਵੀ ਕਸੂਰਵਾਰ ਹੈ, ਚਾਹੇ ਉਹ ਪ੍ਰਧਾਨ ਆ, ਚਾਹੇ ਉਹ ਜਨਰਲ ਸੈਕਟਰੀ ਆ, ਚਾਹੇ ਉਹ ਜਨਰਲ ਸਕੱਤਰ ਆ, ਚਾਹੇ ਉਹ ਸਕੱਤਰ ਹੈ, ਉਹਨਾਂ ਸਾਰਿਆਂ ਨੂੰ ਉਹੀ ਸਜ਼ਾ ਮਿਲਣੀ ਚਾਹੀਦੀ ਜਿਹੜੀ ਥੱਲੇ ਕਲਰਕ ਨੂੰ ਮਿਲਣੀ ਆ। ਉਹਦੇ ਵਿੱਚ ਕੋਈ ਵੀ ਕਿਸੇ ਕਿਸਮ ਦੇ ਕੋਈ ਵਾਧਾ ਘਾਟਾ ਨਹੀਂ ਹੋਣਾ ਚਾਹੀਦਾ। ਦੂਜਾ ਮੈਂ ਗਰੇਵਾਲ ਸਾਹਿਬ ਨੂੰ ਇਹ ਵੀ ਪੁੱਛਣਾ ਚਾਹੁੰਦਾ ਹਾਂ ਕਿ ਗਰੇਵਾਲ ਸਾਹਿਬ ਜਿਹੜੇ 40 ਸਰੂਪ ਅਗਨ ਭੇਟ ਹੋਏ ਨੇ ਔਰ ਕੁਝ ਪਾਣੀ ਦੀਆਂ ਵਿਛਾੜਾਂ ਦੇ ਨਾਲ ਜਿਹੜੇ ਨੇ ਉਹ ਖਰਾਬ ਹੋਏ ਸੀਗੇ, ਉਹਨਾਂ ਦਾ ਸੰਸਕਾਰ ਕਿੱਥੇ ਕੀਤਾ ਹੈ, ਕਿੰਨੇ ਕੀਤਾ ਹੈ, ਕਿੰਨੇ ਵਜੇ ਕੀਤਾ ਹੈ, ਔਰ ਉਹਦੀ ਜਿਹੜਾ ਧੂੰਆਂ ਹੈ ਉਹ ਬਾਹਰ ਕਿਉਂ ਨਹੀਂ ਨਿਕਲਿਆ? ਤੁਸੀਂ ਐਸਜੀਪੀਸੀ ਨੂੰ ਦੁੱਧ ਦੀ ਟੋਪੀ ਤੁਹਾਡੀ ਗੱਲ ਆ ਗਈ ਮੈਂ ਜਵਾਬ ਲੈਣਾ ਗਰੇਵਾਲ ਸਾਹਿਬ ਦਾ। ਗਰੇਵਾਲ ਸਾਹਿਬ ਨੂੰ ਮੀਡੀਆ ਵਿੱਚ ਕੀ ਬਣੇਗਾ? ਉਹਦੀ ਅਕਾਲ ਤਖਤ ਨੇ ਕਿਉਂ ਨਹੀਂ ਗੱਲ ਕੀਤੀ? ਉਹਨਾਂ ਦੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਿਉਂ ਨਹੀਂ ਗੱਲ ਕੀਤੀ? ਜਿਹੜੇ ਸਰੂਪ ਅਗਨ ਭੇਟ ਹੋਏ ਨੇ, ਜਿਹੜੇ ਸਰੂਪ ਜਿਹੜੇ ਨੇ ਥੈਂਕ ਯੂ ਵੈਰੀ ਮਚ। ਨਹੀਂ ਪੁੱਛਿਆ ਗਿਆ ਜੀ, ਬਿਲਕੁਲ ਨਹੀਂ ਪੁੱਛਿਆ ਗਿਆ। ਦਿਖਾਓ ਕਿੱਥੇ ਹੈਗਾ ਇਸ ਪੁਆਇੰਟ ਨੂੰ ਲੈ ਕੇ ਸੱਦਿਆ ਗਿਆ ਹੈਗਾ, ਕਿਸੇ ਨੇ ਪਛਤਾਤਾਪ ਨਹੀਂ ਕੀਤਾ। ਇਸੇ ਪੁਆਇੰਟ ਨੂੰ ਲੈ ਕੇ ਸੱਦਿਆ ਗਿਆ। ਤੁਹਾਡੀ ਜਾਣਕਾਰੀ ਪੂਰੀ ਕਰੋ ਜ਼ਰੂਰੀ ਨਾ। ਲਿਫਾਫੇ ਵਿੱਚੋਂ ਇਸੇ ਗੱਲ ਨੂੰ ਲੈ ਕੇ ਪ੍ਰਧਾਨ ਨਿਕਲਦਾ ਲੈ ਕੇ ਸੱਦਿਆ ਗਿਆ। ਲਿਫਾਫੇ ਤੋਂ ਪ੍ਰਧਾਨ ਨਿਕਲਦਾ। ਥੈਂਕ ਯੂ ਵੈਰੀ ਮਚ। ਚਲੋ ਮਿਹਰਬਾਨੀ, ਆਪਾਂ ਪ੍ਰਧਾਨਗੀ ਬਾਰੇ ਕਿਤੇ ਫੇਰ ਵੀ ਗੱਲ ਕਰ ਲਾਂਗੇ। ਰਿਆੜ ਸਾਹਿਬ ਥੈਂਕ ਯੂ ਵੈਰੀ ਮਚ। ਗਰੇਵਾਲ ਸਾਹਿਬ, ਰਿਆੜ ਸਾਹਿਬ, ਪ੍ਰੋਫੈਸਰ ਮਨਜੀਤ ਸਿੰਘ, ਤਿੰਨੇ ਮਹਿਮਾਨਾਂ ਦਾ ਧੰਨਵਾਦੀ ਹਾਂ ਜਿਹੜੇ ਮੇਰੀ ਬੇਨਤੀ ਪ੍ਰਵਾਨ ਕਰਕੇ ਪੈਨਲ ਦੇ ਉੱਤੇ ਆਏ। ਜਿਨ੍ਹਾਂ ਮੁੱਦਿਆਂ ਤੇ ਆਪਾਂ ਚਰਚਾ ਕੀਤੀ ਹੈ, ਚਾਹੇ ਅਕਾਲ ਤਖਤ ਸਾਹਿਬ ਦੀ ਗੱਲ ਹੈ, ਚਾਹੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਉਹਨਾਂ ਦੇ ਕਟਣ ਦੀ ਗੱਲ ਹੈ, ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ ਹੋ ਸਕਦੀਆਂ। ਦੁਨੀਆ ਭਰ 'ਚ ਬੈਠਾ ਹਰ ਸਿੱਖ ਜਿਹੜਾ ਇਹਨਾਂ ਮਾਮਲਿਆਂ ਦੇ ਨਾਲ ਜੁੜਿਆ ਹੋਇਆ ਤੇ ਚਿੰਤਤ ਹੈ ਕਿ ਕਿਸੇ ਤਰੀਕੇ ਦੇ ਨਾਲ ਵੀ ਕੋਈ ਕੁਤਾਹੀ ਨਹੀਂ ਹੋਣੀ ਚਾਹੀਦੀ, ਤੇ ਜਿਹੜਾ ਵੀ ਕੁਤਾਹੀ ਦੇ ਲਈ ਜ਼ਿੰਮੇਵਾਰ ਹੈ ਉਸ ਨੂੰ ਜਿਹੜੀਆਂ ਹੈਗੀਆਂ ਸਿੱਖੀ ਰਹਿਤ ਮਰਿਆਦਾ ਦੇ ਮੁਤਾਬਕ ਸਜ਼ਾਵਾਂ ਮਿਲਣੀਆਂ ਚਾਹੀਦੀਆਂ। ਬੀਤੇ 'ਚ ਮਿਲਦੀਆਂ ਰਹੀਆਂ ਤੇ ਹੁਣ ਵੀ ਦੋਸ਼ੀ ਜਿਹੜੇ ਸਾਹਮਣੇ ਆਉਣੇ ਚਾਹੀਦੇ ਹੈ। ਇਹਨਾਂ ਮੁੱਦਿਆਂ ਤੇ ਆਉਣ ਲਈ ਇੱਕ ਵਾਰ ਮੁੜ ਕੇ ਤੁਹਾਡੇ ਸਾਰਿਆਂ ਵੱਲੋਂ ਫਿਰ ਆਪਣੇ ਮਹਿਮਾਨਾਂ ਦਾ ਧੰਨਵਾਦੀ ਹਾਂ। ਇਸ ਦੇ ਨਾਲ ਹੀ ਤੁਹਾਡੇ ਕੋਲੋਂ ਵੀ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।